ਨਾਸਰ ਮਨਸੂਰ ਗੁਰ ਗੋਬਿੰਦ ਸਿੰਘ ਈਜ਼ ਦੀ ਮਨਜ਼ੂਰ ਗੁਰ ਗੋਬਿੰਦ ਸਿੰਘ ਹਕ ਹਕ ਅੰਦੇਸ਼ ਗੁਰ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ ਬੇਕ ਸਾਰਾ ਯਾਰ ਗੁਰ ਗੋਬਿੰਦ ਸਿੰਘ ਬੇਕ ਸਾਰਾ ਯਾਰ ਗੁਰ ਗੋਬਿੰਦ ਸਿੰਘ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸ਼ਮੇਸ਼ ਪਿਤਾ ਬਾਦਸ਼ਾਹ ਦਰਵੇਸ਼ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਬੈਠੇ ਹੋਏ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਦੀਦਾਰ ਕਰਨ ਆਏ ਹੋਏ ਸਤਸੰਗੀ ਜਨੋ ਜੀ, ਫਤਿਹ ਦੀ ਸਾਂਝ ਇੱਕ ਵਾਰੀ ਹੋਰ ਬਖਸ਼ਿਸ਼ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਨਯੋਗ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਹੋਰਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਜੋ ਉਹਨਾਂ ਨੇ ਆਪਣੀ ਆਤਮ ਕਥਾ ਲਿਖੀ ਹੈ, ਅੱਜ ਵਾਲਾ ਸ਼ਬਦ ਜਿਹੜਾ ਆਰੰਭ ਹੋਇਆ ਸਰਵਣ ਕਰਵਾਇਆ ਹੈ। ਬਚਿੱਤਰ ਨਾਟਕ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਜੀਵਨ ਕਥਾ ਸਾਨੂੰ ਬਖਸ਼ਿਸ਼ ਕੀਤੀ ਹੈ। ਕੱਲ ਸਿੰਘ ਸਭਾ ਗਿਆਨੀ ਅਰਨਜੀਤ ਸਿੰਘ ਜੀ ਹੋਰੀ ਹੈਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਜੀ ਨੇ ਆਪ ਜੀ ਨੂੰ 18 ਬੰਦਾਂ ਦੀ ਕਥਾ ਹਜ਼ੂਰ ਦੀ ਕਿਰਪਾ ਨਾਲ ਸਰਵਣ ਕਰਵਾਈ ਸੀ। ਆਰੰਭ ਕਥਾ ਇੱਥੋਂ ਹੋਈ ਵੀ ਅਬ ਮੈਂ ਆਪਣੀ ਕਥਾ ਬਖਾਣਾ। ਸਾਧ ਸੰਗਤ, ਗੁਰੂ ਜੀ ਕਹਿੰਦੇ ਹੁਣ ਮੈਂ ਆਪਣੀ ਕਥਾ ਤੁਹਾਨੂੰ ਸੁਣਾਉਂਦਾ ਹਾਂ, ਵਰਣਨ ਕਰਦਾ ਹਾਂ, ਬੜੇ ਧਿਆਨ ਨਾਲ ਸੁਣਨਾ। ਇਹਦਾ ਮਤਲਬ ਬੜਾ ਸਪਸ਼ਟ ਹੈ ਕਿ ਆਪਣੀ ਕਥਾ ਵਰਣਨ ਕਰਨ ਤੋਂ ਪਹਿਲਾਂ ਗੁਰੂ ਜੀ ਨੇ ਹੋਰ ਵੀ ਕੋਈ ਸਾਨੂੰ ਕਥਾ ਸੁਣਾਈ। ਜਿਹੜੀ ਆਪਣੀ ਕਥਾ ਤੋਂ ਪਹਿਲਾਂ ਗੁਰੂ ਜੀ ਨੇ ਸਾਨੂੰ ਕਥਾ ਸੁਣਾਈ ਉਹ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੱਕ। ਮਹਾਰਾਜ ਕਹਿੰਦੇ ਨੇ ਸ਼੍ਰੀ ਨਾਨਕ ਅੰਗਦ ਕਰਮਾਨਾ। ਗੁਰੂ ਨਾਨਕ ਦੇਵ ਜੀ ਮਹਾਰਾਜ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਰੂਪ ਵਿੱਚ ਪ੍ਰਵਾਨਿਤ ਹੋਏ ਔਰ ਮੰਨੇ ਜਾਣ ਲੱਗੇ। ਅਮਰਦਾਸ ਅੰਗਦ ਪਹਿਚਾਨਾ। ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਦਾ ਰੂਪ ਧਾਰਨ ਕੀਤਾ। ਅਮਰਦਾਸ ਰਾਮਦਾਸ ਕਹਾਇਓ। ਫਿਰ ਗੁਰੂ ਅਮਰਦਾਸ ਜੀ ਨੇ ਆਪਣੇ ਆਪ ਨੂੰ ਰਾਮਦਾਸ ਗੁਰੂ ਕਹਾਇਆ। ਸਾਧਨ ਲਖਾ ਮੂੜ ਨ ਪਾਇਓ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਪਏ ਜਿਹੜੇ ਭਲੇ ਲੋਕ ਸਨ, ਭਲੇ ਪੁਰਸ਼ ਸਨ, ਭਾਵ ਕਿ ਸਿੱਖਾਂ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਕਿ ਗੁਰੂ ਨਾਨਕ ਦਾ ਰੂਪ ਹੀ ਗੁਰੂ ਅੰਗਦ ਦੇਵ ਨੇ, ਗੁਰੂ ਅੰਗਦ ਦੇਵ ਦਾ ਰੂਪ ਹੀ ਗੁਰੂ ਅਮਰਦਾਸ ਨੇ, ਗੁਰੂ ਅਮਰਦਾਸ ਦਾ ਸਰੂਪ ਹੀ ਗੁਰੂ ਰਾਮਦਾਸ ਨੇ।
ਜਿਹੜੇ ਭਲੇ ਲੋਕ ਸਨ ਉਹਨਾਂ ਨੇ ਇਹ ਗੱਲ ਪ੍ਰਵਾਨ ਕਰ ਲਈ, ਸਾਧਨ ਲੱਖਾ ਮੂੜ ਨਹਿ ਪਾਇਓ, ਪਰ ਮੂਰਖਾਂ ਦੇ ਇਹ ਗੱਲ ਮੰਨਣ ਵਿੱਚ ਨਹੀਂ ਆਈ। ਭਿੰਨ ਭਿੰਨ ਸਭ ਹੂ ਕਰ ਜਾਣਾ, ਜਿਹੜੇ ਬਹੁਤੇ ਲੋਕ ਹਨ ਗੁਰੂ ਨਾਨਕ ਦੇਵ ਨੂੰ ਵੱਖਰਾ ਮੰਨਦੇ ਨੇ, ਗੁਰੂ ਅੰਗਦ ਦੇਵ ਨੂੰ, ਗੁਰੂ ਅਮਰਦਾਸ, ਗੁਰੂ ਰਾਮਦਾਸ ਵੱਖਰੇ ਵੱਖਰੇ ਮੰਨਦੇ ਨੇ। ਤੇ ਗੁਰੂ ਨਾਨਕ ਹੋਰ ਹੈ, ਗੁਰੂ ਅੰਗਦ ਦੇਵ ਜੀ ਹੋਰ ਨੇ, ਇਸ ਤਰ੍ਹਾਂ ਬਾਕੀ ਗੁਰੂ ਸਾਹਿਬ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਬਚਨ ਪੱਲੇ ਬਣ ਕੇ ਜਾਈਏ ਅੱਜ ਗੁਰੂ ਜੀ ਦੇ ਪਾਵਨ ਪਵਿੱਤਰ ਸਥਾਨ ਤੋਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਇਹ ਗੱਲ ਪੱਲੇ ਬਣ ਲਓ, ਜਿਨ ਜਾਨਾ ਤਿਨ ਹੀ ਸਿੱਧ ਪਾਈ, ਬਿਨ ਸਮਝੇ ਸਿੱਧ ਹੱਥ ਨਾ ਆਈ। ਜਿਹਨੂੰ ਤੇ ਸਮਝ ਆ ਗਈ ਵੀ ਗੁਰੂ ਨਾਨਕ ਸਾਹਿਬ ਤੇ ਬਾਕੀ ਗੁਰੂ ਸਾਹਿਬ ਇੱਕ ਰੂਪ ਨੇ, ਉਹ ਤੇ ਮੁਕਤ ਹੋ ਗਏ। ਜਿਨ੍ਹਾਂ ਨੇ ਗੁਰੂ ਸਾਹਿਬਾਨਾਂ ਨੂੰ ਵੱਖਰੇ ਵੱਖਰੇ ਕਰਕੇ ਜਾਣਿਆ ਵੀ ਗੁਰੂ ਨਾਨਕ ਹੋਰ ਹੈ, ਗੁਰੂ ਅੰਗਦ ਦੇਵ ਜੀ ਹੋਰ ਨੇ, ਉਹਨਾਂ ਦੇ ਹੱਥ ਵਿੱਚ ਸਿੱਧੀ ਨਹੀਂ ਆਈ। ਫਿਰ ਮਹਾਰਾਜ ਕਹਿੰਦੇ ਨੇ ਰਾਮਦਾਸ ਹਰਿ ਸੋ ਮਿਲ ਗਏ। ਗੁਰੂ ਰਾਮਦਾਸ ਜੀ ਰੱਬ ਨਾਲ ਇਕਮਿਕ ਹੋ ਗਏ, ਭਾਵ ਕੇ ਜੋਤੀ ਜੋ ਸਮਾ ਗਏ। ਗੁਰਤਾ ਦੇਤ ਅਰਜਨੇ ਪਏ, ਗੁਰੂ ਰਾਮਦਾਸ ਜੀ ਗੁਰੂ ਅਰਜਨ ਸਾਹਿਬ ਨੂੰ ਗੁਰਤਾ ਦੇ ਕੇ ਜੋਤੀ ਜੋ ਸਮਾ ਗਏ। ਵੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਭੱਟ ਸਾਹਿਬਾਨ ਵੀ ਕਹਿੰਦੇ ਨੇ, ਵੇਖੋ ਕਿਵੇਂ ਰਲਦੇ ਹਨ ਵਿਚਾਰ। ਭੱਟ ਸਾਹਿਬਾਨ ਕਹਿੰਦੇ ਨੇ ਦੇਵਪੁਰੀ ਮੈਂ ਗਿਓ, ਆਪ ਪਰਮੇਸ਼ਰ ਪਾਇਓ, ਹਰ ਸਿੰਘਾਸਣ ਦਿਓ, ਸ੍ਰੀ ਗੁਰੂ ਤੈਂ ਬਿਠਾਇਓ। ਗੁਰੂ ਰਾਮਦਾਸ ਜੀ ਦੇਵਪੁਰੀ ਵਿੱਚ ਚਲੇ ਗਏ, ਰੱਬ ਜੀ ਨੇ ਆਪਣੇ ਤਖਤ ਤੇ ਬਿਠਾਇਆ ਗੁਰੂ ਰਾਮਦਾਸ ਨੂੰ। ਦੇਵਪੁਰੀ ਮੈਂ ਗਿਓ, ਆਪ ਪਰਮੇਸ਼ਰ ਪਾਇਓ, ਹਰ ਸਿੰਘਾਸਣ ਦਿਓ, ਸ੍ਰੀ ਗੁਰੂ ਤੈਂ ਬਿਠਾਇਓ। ਰਹਿ ਸਕਿਓ ਸੁਰਦੇਵ, ਤੋਹੇ ਜਸ ਜੈ ਜੈ ਜੰਪੇ, ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੇ, ਕਾਟੇ ਸੋ ਪਾਪ ਤਿਨ ਨਰੋਂ ਕੇ, ਗੁਰੂ ਰਾਮਦਾਸ ਜਿਨ ਪਾਇਓ। ਛਤਰ ਸਿੰਘਾਸਨ ਪ੍ਰਿਥਮੀ, ਗੁਰੂ ਅਰਜਨ ਕਉ ਦੇ ਆਇਓ। ਭੱਟ ਜੀ ਵੀ ਕਹਿੰਦੇ ਨੇ ਵੀ ਦੇਵਤਿਆਂ ਨੇ ਜੈ ਜੈਕਾਰ ਕੀਤੀ, ਪਰਮੇਸ਼ਰ ਨੇ ਆਪਣੇ ਸਿੰਘਾਸਨ ਤੇ ਬਿਠਾਇਆ। ਤੇ ਦੇਵਤਿਆਂ ਨੇ ਪੁੱਛਿਆ ਜੀ ਇਹ ਕੌਣ ਹਨ ਮਹਾਂਪੁਰਖ ਜਿਨ੍ਹਾਂ ਨੂੰ ਇੰਨਾ ਮਾਣ ਤੇ ਸਨਮਾਨ ਤੁਸੀਂ ਦਿੱਤਾ? ਰੱਬ ਜੀ ਕਹਿੰਦੇ ਨੇ ਇਹਨਾਂ ਦਾ ਨਾਮ ਰਾਮਦਾਸ ਹੈ। ਇਹ ਧਰਤੀ ਦਾ ਤਖਤ ਤੇ ਛਤਰ ਗੁਰੂ ਅਰਜਨ ਸਾਹਿਬ ਨੂੰ ਦੇ ਕੇ ਹੁਣ ਮੇਰੇ ਕੋਲ ਆ ਗਏ ਨੇ। ਗੁਰੂ ਰਾਮਦਾਸ ਜਦੋਂ ਸੱਚੇ ਪਾਤਸ਼ਾਹ ਜੋਤੀ ਜੋ ਸਮਾ ਗਏ, ਰਾਮਦਾਸ ਹਰਿ ਸੋ ਮਿਲ ਗਏ, ਗੁਰਤਾ ਦੇਤ ਅਰਜਨੇ ਪਏ। ਫਿਰ ਮਹਾਰਾਜ ਕਹਿੰਦੇ ਨੇ ਜਬ ਅਰਜਨ ਪ੍ਰਭ ਲੋਕ ਸੁਧਾਏ। ਜਦੋਂ ਗੁਰੂ ਅਰਜਨ ਦੇਵ ਜੀ ਪ੍ਰਭੂ ਦੇ ਲੋਕ ਭਾਵ ਕੇ ਜੋਤੀ ਜੋ ਸਮਾ ਗਏ, ਸ਼੍ਰੀ ਹਰਿ ਗੋਬਿੰਦ ਤੇ ਠਾਂ ਠਹਿਰਾਏ। ਉਹਨਾਂ ਦੇ ਥਾਂ ਤੇ ਹਰਗੋਬਿੰਦ ਸਾਹਿਬ ਮਹਾਰਾਜ ਗੱਦੀ ਤੇ ਬੈਠ ਕੇ, ਹਰਿ ਗੋਬਿੰਦ ਪ੍ਰਭ ਲੋਕ ਸੁਧਾਰੇ, ਸ਼੍ਰੀ ਹਰਿ ਰਾਏ ਤੇ ਠਾਂ ਬੈਠਾਰੇ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਥਾਂ ਤੇ ਗੁਰੂ ਹਰਿ ਰਾਏ ਸਾਹਿਬ ਜੀ ਗੁਰਤਾ ਗੱਦੀ ਤੇ ਬੈਠ ਕੇ, ਸ਼੍ਰੀ ਹਰਿ ਕ੍ਰਿਸ਼ਨ ਤਿਨ ਕੇ ਸੁਤ ਵੇ। ਗੁਰੂ ਹਰਿ ਰਾਏ ਸਾਹਿਬ ਜੀ ਦੇ ਸਪੁੱਤਰ ਹਰਿਕ੍ਰਿਸ਼ਨ ਸਾਹਿਬ ਜੀ ਗੁਰਤਾ ਗੱਦੀ ਤੇ ਬਹਿ ਗਏ। ਤਿਨ ਕੇ ਤੇਗ ਬਹਾਦਰ ਪਏ। ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਤਾ ਗੱਦੀ ਤੇ ਬੈਠ ਗਏ। ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਪੰਕਤੀ ਵਿੱਚ ਇੱਕ ਇੱਕ ਗੁਰੂ ਸਾਹਿਬ ਨੂੰ ਯਾਦ ਕੀਤਾ। ਇੱਕ ਪੰਕਤੀ ਵਿੱਚ ਦੋ ਗੁਰੂ ਸਾਹਿਬਾਨਾਂ ਨੂੰ ਵੀ ਯਾਦ ਕੀਤਾ। ਪਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਾਰੀ ਆਈ, 12 ਤੁਕਾਂ ਉਚਾਰਨ ਕੀਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਕਥਾ ਆਰੰਭ ਕਰਨ ਤੋਂ ਪਹਿਲਾਂ।
ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਬਡੋ ਕਲੂ ਮੈਂ ਸਾਕਾ। ਸਾਧਨ ਹੇਤ ਇਤ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਨਾਟਕ ਚੇਟਕ ਕੀਏ ਕੋ ਕਾਜਾ, ਪ੍ਰਭ ਲੋਗਣ ਕੈ ਆਵਤ ਲਾਜਾ। ਠੀਕਰ ਫੋਰ ਦਲੀਸ ਸਿਰ, ਪ੍ਰਭਪੁਰ ਕੀਆ ਪਿਆਣ। ਤੇਗ ਬਹਾਦਰ ਸੀ ਕਿਰਿਆ, ਕਰੀ ਨ ਕਿਨਹੂ ਆਣ। ਤੇਗ ਬਹਾਦਰ ਕੇ ਚਲਤ, ਭਇਓ ਜਗਤ ਕੋ ਸ਼ੋਕ। ਹੈ ਸਭ ਜਗ ਭਇਓ, ਜੈ 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 ਸੋ। ਸਾਧ ਸੰਗਤ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਲਯੁਗ ਦਾ ਵੱਡਾ ਸਾਕਾ ਆਖਿਆ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ। ਵੱਡਾ ਸਾਕਾ ਕਿਉਂ ਕਿਹਾ ਗੁਰੂ ਦੇਵ ਜੀ ਨੇ? ਵਿਦਵਾਨਾਂ ਦੀ ਰਾਏ ਹੈ, ਮਹਾਂਪੁਰਖਾਂ ਦੀ ਰਾਏ ਹੈ, ਭਈ ਜਿਸ ਧਰਮ ਨੂੰ ਕੋਈ ਮੰਨਦਾ ਵੀ ਨਾ ਹੋਵੇ, ਜਿਸ ਧਰਮ ਵਿੱਚ ਕੋਈ ਵਿਸ਼ਵਾਸ ਵੀ ਨਾ ਰੱਖਦਾ ਹੋਵੇ, ਉਸ ਧਰਮ ਦੀ ਖਾਤਰ 2 ਟੁਕੜੇ ਸਰੀਰ ਦੇ ਕਰਵਾ ਲੈਣੇ, ਇਹ ਕਲਯੁਗ ਦਾ ਬਹੁਤ ਵੱਡਾ ਸਾਕਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਕਹਿੰਦੇ ਨੇ, ਹੁਣ ਤੁਹਾਨੂੰ ਮੈਂ ਆਪਣੀ ਕਥਾ ਸੁਣਾਉਣਾ। ਅਬ ਮੈਂ ਆਪਣੀ ਕਥਾ ਵਿਖਾਣੂ। ਮੈਂ 1-2 ਬਚਨ ਸਾਂਝੇ ਕਰਨੇ ਚਾਹੁੰਦਾ ਦਸ਼ਮੇਸ਼ ਪਿਤਾ ਜੀ ਦੀ ਕਿਰਪਾ ਨਾਲ। ਮਹਾਰਾਜ ਕਹਿੰਦੇ ਨੇ, ਹੁਣ ਮੈਂ ਆਪਣੀ ਕਥਾ ਤੁਹਾਨੂੰ ਵਰਣਨ ਕਰਕੇ ਸੁਣਾਉਣਾ ਵੀ ਮੈਨੂੰ ਕਿਵੇਂ ਸੰਸਾਰ ਤੇ ਲਿਆਂਦਾ ਗਿਆ। ਤਪ ਸਾਧਤ ਜਿਹ ਬਿਦ ਮੋਹਿਆ ਨੂੰ, ਮੈਨੂੰ ਕਿਵੇਂ ਲਿਆਂਦਾ ਗਿਆ। ਇਹਦੇ ਵਿੱਚ ਕੱਲ ਆਪ ਜੀ ਨੇ ਸਰਵਣ ਕੀਤਾ ਹੋਏਗਾ, ਇੱਕ ਸ਼ਬਦ ਆਉਂਦਾ ਜੋ ਕੱਲ ਆਪਾਂ ਕਥਾ ਸੁਣੀ, ਮਹਾਕਾਲ ਕਾਲ ਕਾ ਅਰਾਧੀ। ਕਈ ਸਾਡੇ ਭਰਾ ਕਹਿੰਦੇ ਨੇ ਵੀ ਕਾਲਕਾ ਇੱਕ ਦੇਵੀ ਦਾ ਨਾਮ ਹੈ ਤੇ ਗੁਰੂ ਜੀ ਉਹਦੀ ਆਰਾਧਨਾ ਕਰਦੇ ਨੇ। ਸਾਧ ਸੰਗਤ, ਗਿਆਨੀ ਮਾਨ ਸਿੰਘ ਜੀ ਚੌਰ ਹੋਏ ਨੇ ਬੜੇ ਵਿਦਵਾਨ। ਉਹ ਕਹਿੰਦੇ ਨੇ ਜੇ ਕੋ ਰਾਏ ਰਾਏ ਤੁਰਿਆ ਜਾਂਦਾ ਹੋਏ ਤੇ ਅਸੀਂ ਕਹਿੰਦੇ ਆ ਵੀ ਇਹ ਕੋਈ ਉਹ ਰਾਹੀ ਜਾ ਰਿਹਾ ਹੈ। ਰਾਹੇ ਰਾਹੇ ਜਾਣ ਵਾਲੇ ਨੂੰ ਰਾਹੀ ਕਹਿੰਦੇ ਨੇ। ਜਿਹੜਾ ਬੜਾ ਗੁਮਾਨ ਕਰੇ, ਬੜਾ ਮਾਣ ਕਰੇ, ਉਹਨੂੰ ਮਾਨੀ ਕਹਿੰਦੇ ਨੇ। ਕੋਈ ਸਮਾਂ ਸੀ ਘਾਹ ਖੋਤਨ ਵਾਲੇ ਨੂੰ ਘਾਹੀ ਕਹਿੰਦੇ ਹੁੰਦੇ ਸੀ। ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਹੈ ਵੀ ਮੇਲਾ ਸੁਣ ਸ਼ਿਵਰਾਤ ਦਾ, ਬਾਬਾ ਅਚਲ ਵਟਾਲੇ ਆਏ। ਜਦੋਂ ਅਸੀਂ ਕਹਿੰਦੇ ਆ ਨਾ ਵੀ ਆਉਂਦੀ ਹੈ, ਜਾਂਦੀ ਹੈ, ਖਾਂਦੀ ਹੈ, ਪੀਂਦੀ ਹੈ, ਉਹਦਾ ਭਾਵ ਹੁੰਦਾ ਵੀ ਕਿਸੇ ਇਸਤਰੀ ਦੀ ਗੱਲ ਹੋ ਰਹੀ। ਜੇ ਕੋ ਆਖੇ ਆਉਂਦਾ ਹੈ, ਜਾਂਦਾ ਹੈ, ਖਾਂਦਾ ਪੀਂਦਾ, ਉਹਦਾ ਭਾਵ ਹੁੰਦਾ ਵੀ ਕਿਸੇ ਮਨੁੱਖ ਦੀ ਗੱਲ ਹੋ ਰਹੀ। ਜਦੋਂ ਇੱਥੇ ਗੁਰੂ ਜੀ ਨੇ ਸ਼ਬਦ ਵਰਤਿਆ ਮਹਾਕਾਲ ਕਾਲ ਕਾ ਰਾਧੀ, ਵੀ ਕਾਲ ਕਾ ਰਾਧੀ ਤੋਂ ਭਾਵ ਸਮਝਦੇ ਸੈਮ ਦੇਵੀ ਇੱਕ ਇਸਤਰੀ ਦੀ ਪ੍ਰਤੀਕ ਹੈ। ਸਾਧ ਸੰਗਤ, ਸ਼ਿਵ ਜੀ ਦੇ ਭਗਤ ਅੱਜ ਵੀ ਕਹਿੰਦੇ ਨੇ ਹਾਂ ਸ਼ਿਵ ਜੀ ਕੇ ਅਰਾਧੀ ਹੈ। ਜਿਵੇਂ ਰਾਹੇ ਰਾਹੇ ਤੁਰੇ ਜਾਣ ਵਾਲੇ ਨੂੰ ਰਾਹੀ ਕਹਿੰਦੇ ਨੇ, ਬਹੁਤਾ ਮਾਣ ਕਰਨ ਵਾਲੇ ਨੂੰ ਮਾਨੀ ਕਹਿੰਦੇ ਨੇ, ਆਰਾਧਨਾ ਕਰਨ ਵਾਲੇ ਨੂੰ ਆਰਾਧੀ ਕਹਿੰਦੇ ਨੇ। ਇੱਕ ਆਪਾਂ ਕੱਲ ਸ਼ਬਦ ਹੋਰ ਸੁਣਿਆ ਹਜੂਰ ਦਾ, ਬੜੇ ਧਿਆਨ ਨਾਲ ਸੁਣਨਾ। ਮਹਾਰਾਜ ਕਹਿੰਦੇ ਨੇ ਉਧਰ ਮੈਂ ਤਪੱਸਿਆ ਕਰਦਾ ਸਾਂ, ਇਧਰ ਮੇਰੇ ਮਾਤਾ ਪਿਤਾ ਤਪੱਸਿਆ ਕਰਦੇ ਸਨ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਮਾਤਾ ਗੁਜਰੀ ਜੀ। ਤਾਤ ਮਾਤ ਮੁਰ ਅਲਖ ਅਰਾਦਾ, ਬਹੁ ਬਿਦ ਜੋਗ ਸਾਧਨਾ ਸਾਧਾ। ਉਧਰ ਮੈਂ ਭਗਤੀ ਕਰਦਾ ਸਾਂ, ਇਧਰ ਮੇਰੇ ਮਾਤਾ ਪਿਤਾ ਭਗਤੀ ਕਰਦੇ ਸੀ। ਮਾਤਾ ਪਿਤਾ ਦੀ ਭਗਤੀ ਤੇ ਪ੍ਰਸੰਨ ਹੋ ਕੇ ਫਿਰ ਮੈਨੂੰ ਕਾਲ ਪੁਰਖ ਨੇ ਇਹਨਾਂ ਦੇ ਘਰ ਭੇਜਿਆ। ਸਾਧ ਸੰਗਤ, ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬਾਰ-ਬਾਰ ਕਿਹਾ ਗਿਆ ਹੈ, ਮਾਵਾਂ ਨੂੰ, ਬੱਚਿਆਂ ਦੀ ਮਾਵਾਂ ਨੂੰ, ਬੱਚਿਆਂ ਨੂੰ ਸੰਭਾਲੋ, ਇਹ ਤੁਹਾਡੀ ਜ਼ਿੰਮੇਵਾਰੀ ਵੀ ਬਣਦੀ ਹੈ। ਡਾਕਟਰਾਂ ਦਾ ਇੱਕ ਦਿਨ ਮੈਂ ਇੱਕ ਲੇਖ ਪੜ੍ਹਿਆ ਸਾਂ। ਡਾਕਟਰ ਕਹਿੰਦੇ ਨੇ ਵੀ ਬੱਚੇ ਦੇ ਜਨਮ ਤੋਂ ਪਹਿਲਾਂ 9 ਮਹੀਨੇ ਜਾਂ 9.5 ਮਹੀਨੇ ਮਾਂ ਦੇ ਸੰਸਕਾਰ ਬੱਚੇ ਤੱਕ ਪਹੁੰਚਦੇ ਨੇ ਜਨਮ ਤੋਂ ਪਹਿਲਾਂ। ਮੈਨੂੰ ਇੱਕ ਪਰਿਵਾਰ ਵਿੱਚ ਜਾਣ ਦਾ ਮੌਕਾ ਮਿਲਿਆ। ਉਹਨਾਂ ਦਾ ਮੁੰਡਾ 5ਵੀਂ 'ਚ ਪੜ੍ਹਦਾ ਸੀ, ਬੜੀ ਬਾਣੀ ਉਹਨੂੰ ਯਾਦ। ਮੈਂ ਆਖਿਆ ਜੀ 5ਵੀਂ 'ਚ ਬੱਚਾ ਪੜ੍ਹਦਾ
ਤੇ ਇਹਨੂੰ ਜਪਜੀ ਸਾਹਿਬ ਯਾਦ ਹੈ, ਇਹਨੂੰ ਆਨੰਦ ਸਾਹਿਬ ਸਾਰਾ, ਅੰਮ੍ਰਿਤ ਸਵਈਏ, ਇਹਨੂੰ 7-8 ਬਾਣੀਆਂ ਯਾਦ ਨੇ। ਬੱਚੇ ਦੀ ਮਾਂ ਬੀਬਾ ਜੀ ਕਹਿਣ ਲੱਗੇ, ਗਿਆਨੀ ਜੀ ਇਹਦੇ ਜਨਮ ਤੋਂ ਪਹਿਲਾਂ ਮੈਂ 9 ਸਹਿਜ ਪਾਠਾਂ ਦਾ ਭੋਗ ਪਾਇਆ, 9 ਸਹਿਜ ਪਾਠ। ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਦੀਆਂ ਸਾਲ ਪਹਿਲਾਂ ਇਹ ਗੱਲ ਆਖੀ ਹੈ, ਉਧਰ ਮੈਂ ਭਗਤੀ ਕਰਦਾ ਸਾਂ, ਇਧਰ ਮੇਰੇ ਮਾਤਾ ਪਿਤਾ ਭਗਤੀ ਕਰਦੇ ਸਨ। ਮਾਂ ਦੇ ਚੰਗੇ ਮੰਦੇ ਸੰਸਕਾਰ ਬੱਚਾ ਜਨਮ ਤੋਂ ਪਹਿਲਾਂ ਹੀ ਗ੍ਰਹਿਣ ਕਰਦਾ। ਇੱਕ ਬੀਬਾ ਜੀ ਕਹਿੰਦੇ, ਗਿਆਨੀ ਜੀ ਆ 1.5 ਸਾਲ ਦਾ ਮੇਰਾ ਬੱਚਾ ਹੈ, ਇਹ ਮੋਬਾਈਲ ਨਹੀਂ ਛੱਡਦਾ, ਮੋਬਾਈਲ ਬੜਾ ਚਲਾਉਂਦਾ। ਮੈਂ ਕਿਹਾ ਬੀਬਾ ਜੀ ਇਹਨੂੰ 1.5 ਸਾਲ ਦਾ ਨਾਂ ਗਿਣੋ, 9 ਮਹੀਨੇ ਉਹ ਗਿਣੋ। ਬੀਬਾ ਜੀ ਜੋ ਤੂੰ ਕਮਾਈ ਕਰਦੀ ਰਹੀ ਆ ਨਾ, ਉਹ ਕਮਾਈ ਇਹਦੇ ਤੱਕ ਹੀ ਪਹੁੰਚੀ ਹੈ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਭੈਣਾਂ ਨੂੰ, ਮਾਵਾਂ ਨੂੰ, ਵੇਖੋ ਜਿਨ੍ਹਾਂ ਨੇ ਜ਼ਿੰਮੇਵਾਰੀ ਨਿਭਾਈ, ਜਿਨ੍ਹਾਂ ਨੇ ਬੱਚਿਆਂ ਨੂੰ ਸੰਭਾਲਿਆ, ਬੱਚੇ ਦੇ ਜਨਮ ਤੋਂ ਪਹਿਲਾਂ ਹੀ ਬੰਦਗੀ ਕਰਨੀ, ਨਿਤਨੇਮ ਬਾਣੀ ਪੜ੍ਹਨੀ ਸ਼ੁਰੂ ਕੀਤੀ, ਤੇ ਉਹਨਾਂ ਬਾਰੇ ਹਜ਼ੂਰ ਕਹਿੰਦੇ ਨੇ, ਤਿੰਨ ਧਨ ਜਨੇਂਦੀ ਮਾਂ ਆਏ ਸਫਲ ਸੇ। ਉਹਨਾਂ ਮਾਵਾਂ ਨੂੰ ਧਨ ਕਿਹਾ ਗਿਆ। ਤੇ ਜੇ ਮਾਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੀ ਤੇ ਗੁਰੂ ਰਾਮਦਾਸ ਕਹਿੰਦੇ ਵੀ ਇਹਦੇ ਨਾਲ ਫਿਰ ਬਾਂਝ ਹੀ ਰਹਿੰਦੀ ਤੇ ਚੰਗਾ ਸੀ। ਚਲੋ ਖੈਰ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ, ਉਧਰ ਮੈਂ ਭਗਤੀ ਕਰਦਾ ਸਾਂ, ਇਧਰ ਮੇਰੇ ਮਾਤਾ ਪਿਤਾ ਭਗਤੀ ਕਰਦੇ ਸਨ। ਮੈਨੂੰ ਫਿਰ ਇੱਥੇ ਆਉਣ ਦਾ ਹੁਕਮ ਕੀਤਾ। ਮੈਨੂੰ ਜਿਉਂ ਤਿਉਂ ਪ੍ਰਭ ਹਮ ਕੋ ਸਮਝਾਇਓ, ਮੈਨੂੰ ਆਉਣ ਲਈ ਸਹਿਮਤ ਕਰ ਲਿਆ। ਫਿਰ ਕਹਿੰਦੇ ਨੇ, ਚਿੱਤ ਨ ਭਇਓ ਹਮਰੋ ਆਵਣ ਕੈ, ਚੁੱਭੀ ਰਹੀ ਸੁਰਤ ਪ੍ਰਭ ਚਰਨ। ਮੇਰਾ ਆਉਣ ਨੂੰ ਜੀ ਨਹੀਂ ਸੀ ਕਰਦਾ, ਮੇਰੀ ਸੁਰਤ ਲਿਵ ਲੱਗੀ ਹੋਈ ਸੀ। ਪਰ ਕਹਿੰਦੇ ਮੈਨੂੰ ਸਮਝਾ ਲਿਆ। ਫਿਰ ਰੱਬ ਨੇ ਸਮਝਾਇਆ ਕਿ ਕੱਲ ਆਪਾਂ ਸਰਵਣ ਕੀਤਾ, ਬਸ ਇਹ ਕੱਲ ਵਾਲੀ ਲੜੀ ਸੀ। ਰੱਬ ਜੀ ਕਹਿੰਦੇ ਮੈਂ ਦੈਂਤ ਪੈਦਾ ਕੀਤੇ, ਉਹਨਾਂ ਨੂੰ ਮੈਂ ਤਾਕਤ ਇੰਨੀ ਦੇਤੀ ਵੀ ਤਾਕਤ ਵਿੱਚ ਹੀ ਕਮਲੇ ਹੋ ਗਏ। ਫਿਰ ਮੈਂ ਦੇਵਤੇ ਪੈਦਾ ਕੀਤੇ, ਦੇਵਤੇ ਆਪਣੀ ਪੂਜਾ ਕਰਾਉਣ ਲੱਗ ਪਏ। ਫਿਰ ਮੈਂ ਸ਼ਿਵ ਜੀ ਨੂੰ ਪੈਦਾ ਕੀਤਾ, ਰੱਬ ਜੀ ਕਹਿੰਦੇ ਨੇ ਸ਼ਿਵ ਜੀ ਨੂੰ ਭੇਜਿਆ, ਉਹ ਆਪਣੇ ਆਪ ਨੂੰ ਅਬਨਾਸ਼ੀ ਕਹਿਣ ਲੱਗ ਪਿਆ। ਫਿਰ ਮੈਂ ਵਿਸ਼ਨੂੰ ਨੂੰ ਭੇਜਿਆ, ਵਿਸ਼ਨੂੰ ਕਹਿੰਦਾ ਵੀ ਪਾਲਣ ਵਾਲਾ ਹੀ ਮੈਂ। ਫਿਰ ਮੈਂ ਬ੍ਰਹਮਾ ਨੂੰ ਭੇਜਿਆ, ਬ੍ਰਹਮਾ ਆਪਣੇ ਆਪ ਨੂੰ ਪਾਰ ਬ੍ਰਹਮ ਅਖਵਾਉਣ ਲੱਗ ਪਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਕਿਰਪਾ ਕਰਦੇ ਨੇ ਵੀ ਫਿਰ ਰੱਬ ਜੀ ਕਹਿੰਦੇ ਵੀ ਆ ਮੈਂ 8 ਫਿਰ ਬਣਾਏ, ਭਾਵ ਕਿ ਇਹਨਾਂ ਨੂੰ ਆਖਿਆ ਵੀ ਤੁਸੀਂ ਗਵਾਹੀ ਦਿਓ, ਕਿਹੜਾ ਬੰਦਾ ਚੰਗਾ ਕੰਮ ਕਰਦਾ, ਕਿਹੜਾ ਮਾੜਾ ਕੰਮ ਕਰਦਾ। ਸੂਰਜ ਹੋ ਗਿਆ, ਚੰਦਰਮਾ ਹੋ ਗਿਆ, ਹਵਾ ਹੋ ਗਈ, ਪਾਣੀ ਹੋ ਗਿਆ, ਧਰਤੀ ਹੋ ਗਈ। ਮਹਾਰਾਜ ਕਹਿੰਦੇ ਨੇ ਚੰਦਰਮਾ ਸੂਰਜ ਇਹ ਵੀ ਆਪਣੀ ਪੂਜਾ ਕਰਾਉਣ ਲੱਗ ਪਏ। ਇੱਕ ਗੱਲ ਯਾਦ ਰੱਖੀਏ ਸਾਧ ਸੰਗਤ, ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਦੁਨੀਆ ਦੇ ਲੋਕੋ ਚੰਦਰਮਾ ਦੀ ਪੂਜਾ ਨਾ ਕਰੋ, ਸੂਰਜ ਦੀ ਪੂਜਾ ਨਾ ਕਰੋ, ਸੂਰਜ ਚੰਦਰਮਾ ਬਣਾਉਣ ਵਾਲੇ ਦੀ ਪੂਜਾ ਕਰੋ। ਭੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰਵਟ ਭਾਗੀ ਪਾਇਆ। ਫਿਰ ਉਹ ਵੀ ਆਪਣੀ ਪੂਜਾ ਕਰਾਉਣ ਨੂੰ ਲੱਗ ਗਏ। ਫਿਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਜੋ ਅੱਜ ਦਾ ਅਸੀਂ ਸ਼ਬਦ ਸਰਵਣ ਕੀਤਾ, ਭਾਈ ਸਾਹਿਬ ਤੋਂ ਉਹ ਪੰਕਤੀ ਫਿਰ ਆਪਾਂ ਸਰਵਣ ਕਰੀਏ ਜੀ। ਹਾਂਜੀ। ਬ੍ਰਹਮਾ ਚਾਰ ਹੀ ਵੇਦ ਬਣਾਏ, ਕਹਿੰਦੇ ਬ੍ਰਹਮਾ ਨੇ ਫਿਰ 4 ਵੇਦ ਲਿਖੇ, ਭਾਵ ਕਿ ਬ੍ਰਹਮਾ ਨੂੰ ਭੇਜਿਆ ਤੇ ਉਹਨਾਂ ਨੇ 4 ਵੇਦ ਫਿਰ ਲਿਖੇ। ਹਾਂਜੀ। ਸਰਬ ਲੋਕ ਤੇ ਕਰਮ ਚਲਾਏ, ਕਹਿੰਦੇ ਫਿਰ ਉਹ ਜਿਹੜੇ ਵੇਦ ਸਨ, ਹਿੰਦੂ ਗ੍ਰੰਥਾਂ ਨੂੰ 3 ਹਿੱਸਿਆਂ 'ਚ ਵੰਡਿਆ ਗਿਆ। ਇੱਕ ਹਿੱਸੇ ਦਾ ਨਾਮ ਗਿਆਨ ਕਾਂਡ ਹੈ, ਇੱਕ ਹਿੱਸੇ 'ਚ ਕਰਮ ਕਾਂਡ ਹੈ, ਇੱਕ ਹਿੱਸੇ 'ਚ ਉਪਾਸ਼ਨਾ ਕਾਂਡ ਹੈ। ਹਿੰਦੂ ਗ੍ਰੰਥਾਂ ਦੇ ਵਿੱਚ ਜਨਮ ਤੋਂ ਲੈ ਕੇ ਮਰਨ ਤੱਕ ਕੀ ਕਰਨਾ ਕੀ ਨਹੀਂ ਕਰਨਾ, ਜੋ ਉਹਨਾਂ ਦਾ ਫੋਕਟ ਕਰਮ ਕਾਂਡ ਹੈ, ਕਰਮ ਕਾਂਡ ਹੈ, ਉਹ ਫਿਰ ਜਿਹੜੇ ਸੀ ਉਹ ਫੋਕਟ ਕਰਮ ਕਾਂਡਾਂ ਵਾਲੇ ਪਾਸੇ ਪੈ ਗਏ ਹਨ।
ਜਿਨ ਕੀ ਲਿਵ ਹਰ ਚਰਨਨ ਲਾਗੀ। ਜਿਨ੍ਹਾਂ ਦੀ ਲਿਵ ਪਰਮੇਸ਼ਰ ਨਾਲ ਲੱਗੀ ਰਹੀ। ਤੇ ਵੇਦਨ ਤੇ ਭਏ ਤਿਆਗੀ। ਵੇਦਾਂ ਦੇ ਵਿੱਚ ਜਿਹੜਾ ਕਰਮ ਕਾਂਡ ਲਿਖਿਆ ਸੀ ਨਾ, ਜਿਨ੍ਹਾਂ ਦੀ ਲਿਵ ਰੱਬ ਨਾਲ ਲੱਗ ਗਈ, ਉਹ ਫਿਰ ਉਧਰ ਨਹੀਂ ਜੁੜੇ ਪਏ ਕੀ ਕਰਮ ਕਾਂਡ ਕਰਨਾ ਤੇ ਕੀ ਨਹੀਂ ਕਰਨਾ। ਉਹ ਫਿਰ ਰੱਬ ਦੇ ਨਾਲ ਸਿਮਰਨ ਕਰਕੇ ਜੁੜ ਗਏ। ਬ੍ਰਹਮਾ ਨੇ ਵੇਦਾਂ ਵਿੱਚ ਇੱਕ ਹਿੱਸਾ ਉਹ ਲਿਖਿਆ ਜਿਹਦੇ ਚ ਕੀ ਕਰਨਾ ਕਰਮ ਕਾਂਡ, ਮੈਨੂੰ ਮੁਆਫ ਕਰਨਾ। ਬ੍ਰਹਮਾ ਤੇ ਵੇਦਾਂ ਵਿੱਚ ਕਿਹਾ ਪਈ ਇਹ ਕਰਮ ਕਾਂਡ ਕਰਨਾ। ਸਾਨੂੰ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਾਂ 10 ਗੁਰੂ ਸਾਹਿਬਾਨਾਂ ਕਿਤੇ ਨਹੀਂ ਆਖਿਆ ਵੀ ਆਪ ਫੋਕਟ ਕਰਮ ਕਾਂਡ ਕਰੋ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਏ, ਬਾਕੀ ਲੋਕ ਜੋ ਮਰਜ਼ੀ ਕਰਨ, ਪਰ ਸਿੱਖ ਨੂੰ ਤੇ ਫੋਕਟ ਕਰਮ ਕਾਂਡ ਨਹੀਂ ਕਰਨੇ ਚਾਹੀਦੇ। ਜਦੋਂ ਕੋਈ ਪ੍ਰਾਣੀ ਚੜ੍ਹਾਈ ਕਰ ਜਾਏ, ਉਹਦੇ ਮੰਜੇ ਦੇ ਸਰਾਣੇ ਪਰਾਤ ਚ ਪਾ ਕੇ ਦਾਣੇ ਰੱਖੇ ਜਾਂਦੇ ਨੇ, ਕਾਨਾ ਰੱਖਿਆ ਜਾਂਦਾ। ਇਸ਼ਨਾਨ ਕਰਵਾ ਕੇ ਸ਼ਮਸ਼ਾਨ ਘਾਟ ਜਾਣ ਤੋਂ ਪਹਿਲਾਂ 10-20 ਰੁਪਏ ਉਹਦੇ ਪੱਲੇ ਬੱਧੇ ਜਾਂਦੇ ਵੀ ਪਰਲੋਕ ਦਾ ਕਿਰਾਇਆ। ਕਿਤੇ ਸਾਡੇ ਗੁਰੂ ਜੀ ਨੇ ਕਿਹਾ ਵੀ ਇਹ ਕੰਮ ਕਰੋ। ਫਿਰ ਵੇਖਣਾ ਜਦੋਂ ਚਿਖਾ ਚਿਣੀ ਜਾਂਦੀ ਹੈ, ਇਧਰੋਂ ਫੱਟਾ ਚੁੱਕ ਕੇ ਉਧਰ ਮਾਰਿਆ ਜਾਂਦਾ। ਕਿਤੇ ਪੜਿਆ ਗੁਰੂ ਗ੍ਰੰਥ ਸਾਹਿਬ ਚ ਜਾਂ ਗੁਰੂ ਗੋਬਿੰਦ ਸਿੰਘ ਦੀ ਬਾਣੀ ਚ ਵੀ ਇਹ ਕੁਛ ਕਰੋ। ਜਦੋਂ ਫਿਰ ਚਿਖਾ ਠੰਡੀ ਹੋ ਜਾਏ, ਉੱਥੇ ਕੱਚੀਆਂ ਪੱਕੀਆਂ ਰੋਟੀਆਂ ਪਕਾ ਕੇ ਰੱਖੀਆਂ ਜਾਂਦੀਆਂ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਕਉ ਬਤਾਨ ਕੋ ਪੂਜਤ ਹੈ ਪਸ, ਕਉ ਮਿਰਤਾਨ ਕੋ ਪੂਜਨ ਤਾਇਓ, ਕੂੜ ਕਿਰਿਆ ਉਰਜੋ ਸਭ ਹੀ ਜਗ ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਕੂੜ ਕਿਰਿਆ ਕਰਨ ਵਾਲਾ ਬੰਦਾ ਕਦੇ ਰੱਬ ਨੂੰ ਨਹੀਂ ਮਿਲ ਸਕਦਾ। ਜਿਨ੍ਹਾਂ ਨੇ ਉਹ ਫੋਕਟ ਕਰਮ ਕਾਂਡ ਛੱਡ ਦਿੱਤੇ, ਉਹ ਫਿਰ ਰੱਬ ਜੀ ਨਾਲ ਇਕਮਿਕ ਹੋ ਗਏ ਹਨ। ਜਿਨ ਮਤ ਵੇਦ ਕਤੇ ਬਨ ਤਿਆਗੀ। ਜਿਨ੍ਹਾਂ ਨੇ ਵੇਦਾਂ ਵਾਲੀ ਫੋਕਟ ਕਰਮ ਕਾਂਡਾਂ ਵਾਲੀ ਮਤ ਤਿਆਗ ਦਿੱਤੀ, ਪਾਰ ਬ੍ਰਹਮ ਕੇ ਭਏ ਅਨੁਰਾਗੀ। ਉਹ ਰੱਬ ਜੀ ਦੇ ਬਹੁਤ ਨੇੜੇ ਹੋ ਗਏ, ਉਹ ਰੱਬ ਜੀ ਦੇ ਬਹੁਤ ਨਜ਼ਦੀਕ ਹੋ ਗਏ। ਤਿਨ ਕੇ ਗੂੜ ਮਤ ਜੇ ਚਲਹੀ। ਜਿਨ੍ਹਾਂ ਨੇ ਗੋਹਜ ਮਤ ਲੈ ਕੇ ਰੱਬ ਦੇ ਰਸਤੇ ਤੇ ਚੱਲਣਾ ਕੀਤਾ, ਭਾਂਤ ਅਨੇਕ ਦੁਖਨ ਸੋ ਦਲਹੀ। ਉਹਨਾਂ ਦੇ ਅਨੇਕਾਂ ਜਿਹੜੇ ਦੁੱਖ ਹੀ ਸੜ ਕੇ ਸੁਆਹ ਹੋ ਗਏ। ਇੱਕ ਮਹਾਰਾਜ ਦੀ ਬਾਣੀ ਦਾ ਸ਼ਬਦ ਹੈ, ਲੱਖ ਮੜਿਆਂ ਕਰ ਇਕੱਠੇ ਏਕ ਰਤੀ ਲੈ ਬਾਹੇ, ਮਾਨਵ ਸੰਦੜੋ ਸੱਚ ਸੋ ਨਾਨਕ ਹੱਬੇ ਡੁਕੜੇ ਲਾਏ। ਜਿਵੇਂ ਲੱਖਾਂ ਮਣ ਲੱਕੜਾਂ ਦਾ ਢੇਰ ਲੱਗਾ ਹੋਏ, ਰਤਗ ਜਿੰਨੀ ਅੱਗ ਸਾੜ ਕੇ ਸੁਆਹ ਕਰ ਦਿੰਦੀ ਹੈ, ਪਰਮੇਸ਼ਰ ਦਾ ਨਾਮ ਕੀਤੇ ਹੋਏ ਕਰੋੜਾਂ ਪਾਪਾਂ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ। ਜਿਨ੍ਹਾਂ ਨੇ ਵੇਦਾਂ ਵਾਲਾ ਫੋਕਟ ਕਰਮ ਕਾਂਡ ਛੱਡ ਦਿੱਤਾ ਤੇ ਗੁਰੂ ਜੀ ਦੀ ਗੂੜ ਮੱਤ ਤੇ ਚੱਲੇ, ਉਹਨਾਂ ਦੇ ਦੁੱਖ ਨਾਸ਼ ਹੋ ਗਏ। ਜੇ ਜੇ ਸਹਿਤ ਜਾਤਨ ਸੰਦੇ। ਜਿਨ੍ਹਾਂ ਨੇ ਆਪਣੇ ਸਰੀਰ ਤੇ ਕਸ਼ਟ ਵੀ ਸਹਾਰੇ, ਦੁੱਖ ਵੀ ਸਹਾਰਦੇ ਰਹੇ, ਪ੍ਰਭ ਕੋ ਸੰਗ ਨ ਛੋੜਤ ਨੇ। ਦੁੱਖ ਤੇ ਸਹਾਰ ਲਏ ਪਰ ਪ੍ਰਭੂ ਨੂੰ ਨਹੀਂ ਛੱਡਿਆ, ਰੱਬ ਨੂੰ ਨਹੀਂ ਛੱਡਿਆ। ਇਹ ਨਹੀਂ ਵੀ ਬੁਖਾਰ ਚੜ ਜੇ ਤੇ ਦਾਰੀ ਬਦਲ ਲਓ, ਇਹ ਨਹੀਂ ਵੀ ਸਿਰ ਪੀੜ ਨਾ ਹਟੇ ਤੇ ਗੁਰੂ ਨਾਨਕ ਦਾ ਦਰ ਛੱਡ ਕੇ ਕਿਸੇ ਹੋਰ ਦਰ ਤੇ ਚਲੇ ਜਾਓ। ਮੈਂ ਪਿੱਛੇ ਜੇ ਇੱਕ ਬੇਨਤੀ ਕੀਤੀ ਸੀ, ਭਾਈ ਵੀਰ ਸੇ ਪਤਾ ਕੀ ਕਹਿੰਦੇ, ਥੋੜਾ ਜਿਹਾ ਮੀਂਹ ਪੈ ਕੇ ਹਟਿਆ, ਘਰ ਦੇ ਅੱਗੇ ਖਲੋਤੇ ਸੀ, ਇੱਕ ਕੁੱਤਾ ਐਸ ਘਰ ਵਿੱਚ ਵੜਿਆ, ਉੱਥੋਂ ਡੰਡੇ ਪਏ। ਦੂਜੇ ਦੁਆਰੇ ਤੇ ਗਿਆ, ਉੱਥੋਂ ਡੰਡੇ ਪਏ। ਜਦੋਂ 5-4 ਘਰਾਂ ਚੋਂ ਡੰਡੇ ਪਏ ਨਾ, ਭਾਈ ਵੀਰ ਸਿੰਘ ਨੇ ਕਵਿਤਾ ਲਿਖੀ। ਕਹਿੰਦੇ ਨੇ, ਇਹ ਕੁੱਤਾ ਦਰ ਦਰ ਫਿਰੇ, ਦਰ ਦਰ ਦੁਰ ਦੁਰ ਹੋਏ, ਜੇ ਇੱਕ ਦਰ ਦਾ ਹੋ ਕੇ ਰਹੇ ਫਿਰ ਕਿਉਂ ਦੁਰ ਦੁਰ ਹੋਏ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਜਿਹੜੇ ਲੋਕ ਕਸ਼ਟ ਤੇ ਸਹਾਰ ਲੈਂਦੇ ਨੇ ਪਰ ਰੱਬ ਦਾ ਦਰ ਨਹੀਂ ਛੱਡਦੇ, ਪਰਮੇਸ਼ਰ ਦਾ ਸੰਗ ਨਹੀਂ ਛੱਡਦੇ, ਤੇ ਤੇ ਪਰਮ ਪੁਰੀ ਕਹਿ ਜਾਹੀ। ਉਹ ਫਿਰ ਰੱਬ ਦੀ ਪੁਰੀ ਵਿੱਚ ਤੁਰ ਜਾਂਦੇ ਨੇ। ਤਿਨ ਹਰ ਸਿਉ ਅੰਤਰ ਕਛ ਨਾਹੀ। ਉਹਨਾਂ ਵਿੱਚ ਤੇ ਰੱਬ ਵਿੱਚ ਕੋਈ ਫਰਕ ਨਹੀਂ ਰਹਿੰਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਨੇ, ਜੋ ਪ੍ਰਾਣੀ ਨਿਸ ਦਿਨ ਭਜੈ, ਰੂਪ ਰਾਮ ਤੇ ਜਾਣ, ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ। ਜਿਹੜੇ ਰੱਬ ਦਾ ਸਿਮਰਨ ਕਰਦੇ ਨੇ, ਰੱਬ ਵਿੱਚ ਤੇ ਉਹਨਾਂ ਵਿੱਚ ਕੋਈ ਅੰਤਰ ਨਹੀਂ ਰਹਿੰਦਾ।
ਜੇ ਜੇ ਜੀ ਜਾਤਨ ਤੇ ਡਰੇ। ਜਿਹੜੇ ਲੋਕ ਕਸ਼ਟਾਂ ਤੋਂ ਡਰ ਜਾਂਦੇ ਨੇ, ਮੁਸੀਬਤਾਂ ਤੋਂ ਡਰ ਜਾਂਦੇ ਨੇ, ਪਰਮ ਪੁਰਖ ਤਜ ਤਿਨ ਮਗ ਪਰੇ। ਉਹ ਫਿਰ ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਪਾਸੇ ਚਲੇ ਜਾਂਦੇ ਨੇ। ਤੇ ਨਰਕ ਕੁੰਡ ਮੈਂ ਪਰਹੀ। ਉਹ ਫਿਰ ਨਰਕਾਂ ਵਿੱਚ ਪਾਏ ਜਾਂਦੇ ਨੇ। ਸਾਧ ਸੰਗਤ ਇੱਕ ਬੰਦਾ ਮਿਲਿਆ, ਉਹ ਕਹਿੰਦਾ ਜੀ ਨਰਕਾਂ ਦਾ ਵੀ ਬੜਾ ਜ਼ਿਕਰ ਆਇਆ, ਪਰ ਮਹਾਰਾਜ ਦੀ ਬਾਣੀ ਵਿੱਚ ਤੇ ਆਇਆ ਵੀ ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋਰਾ ਤੇ, ਵੀ ਨਰਕ ਤੇ ਸਵਰਗ ਦੋਵੇਂ ਰੱਦ ਕਰ ਦਿੱਤੇ। ਸਾਧ ਸੰਗਤ ਕੁਝ ਬਾਣੀ ਮਨਮੁਖਾਂ ਵਾਸਤੇ ਹੈ, ਕੁਝ ਬਾਣੀ ਗੁਰਮੁਖਾਂ ਵਾਸਤੇ। ਮੈਨੂੰ ਖਿਮਾ ਕਰਨਾ, ਜੇ ਕੋਈ ਮਨਮੁਖ ਆਖੇ ਨਾ ਪਈ, ਜੇ ਕੋਈ ਮਨਮੁਖ ਆਖੇ ਵੀ ਨਰਕ ਨਹੀਂ ਹੁੰਦੇ, ਜੇ ਕੋਈ ਮਨਮੁਖ ਬੰਦਾ ਕਹੇ ਨਾ ਪਈ ਨਰਕ ਨਹੀਂ ਹੁੰਦਾ, ਤੇ ਮਹਾਰਾਜ ਦੀ ਬਾਣੀ ਪੜੋ। ਹਜ਼ੂਰ ਕਹਿੰਦੇ ਨੇ ਮਨਮੁਖ ਆਵੇ ਮਨਮੁਖ ਜਾਵੇ, ਮਨਮੁਖ ਫਿਰ ਫਿਰ ਝੋਟਾਂ ਖਾਵੇ। ਜਿਤਨੇ ਨਰਕ ਸੇ ਮਨਮੁਖ ਭੋਗੈ, ਗੁਰਮੁਖ ਲੇਪਨ ਮਾਸਾ ਹੈ। ਜਿੰਨੇ ਨਰਕ ਨੇ ਮਨਮੁਖ ਨੂੰ ਭੁਗਤਨੇ ਪੈਂਦੇ ਨੇ। ਇਹ ਗੁਰਮੁਖਾਂ ਵਾਸਤੇ ਆ ਵੀ ਕੋਈ ਨਰਕ ਨਹੀਂ, ਕੋਈ ਸੁਰਗ ਨਹੀਂ, ਪੁੱਤਰਾ ਤੈਨੂੰ ਭੁਗਤਨੇ ਪੈਣਗੇ। ਤੂੰ ਨਾ ਪੜਿਆ ਕਰ ਪਈ ਕਵਨ ਨਰਕ ਕਿਆ ਸੁਰਗ ਵਿਚਾਰਾ। ਮਹਾਰਾਜ ਕਹਿੰਦੇ ਨੇ ਜਿੰਨੇ ਨਰਕ ਨੇ ਮਨਮੁਖਾਂ ਵਾਸਤੇ ਨੇ, ਪੁੱਤਰਾ ਭੁਗਤਨੇ ਪੈਣੇ ਨੇ। ਮਹਾਰਾਜ ਕਹਿੰਦੇ ਜਿਹੜੇ ਕਸ਼ਟਾਂ ਤੋਂ ਡਰ ਕੇ ਰੱਬ ਜੀ ਦਾ ਦਰ ਛੱਡ ਕੇ ਹੋਰ ਪਾਸੇ ਚਲੇ ਗਏ, ਮਹਾਰਾਜ ਕਹਿੰਦੇ ਨੇ ਫਿਰ ਉਹ ਨਰਕਾਂ 'ਚ ਚਲੇ ਗਏ। ਸਾਧ ਸੰਗਤ ਇੱਕ ਸ਼ਲੋਕ ਆਉਂਦਾ ਬਾਬਾ ਕਬੀਰ ਜੀ ਦਾ, ਜਿਹੜੇ ਰੱਬ ਨੂੰ ਛੱਡ ਕੇ ਹੋਰ ਕਿਸੇ ਦੀ ਆਸ ਰੱਖਣਗੇ ਨਾ, ਦੁਨੀਆ ਦੀ ਕੋਈ ਤਾਕਤ ਨਹੀਂ ਉਹਨਾਂ ਨੂੰ ਨਰਕ ਤੋਂ ਬਚਾ ਜਾਏ। ਹਰ ਸੋ ਹੀਰਾ ਛਾੜ ਕੇ ਕਰੇ ਆਣ ਕੀ ਆਸ, ਤੇ ਨਰ ਦੋਜਕ ਜਾਏਂਗੇ ਸਤ ਭਾਖੈ ਰਵਿਦਾਸ। ਬਾਬਾ ਕਬੀਰ ਜੀ ਕਹਿੰਦੇ ਨੇ ਇਹ ਗੱਲ ਰਵਿਦਾਸ ਜੀ ਨੇ ਵੀ ਆਖੀ ਹੈ ਵੀ ਜਿਹੜੇ ਰੱਬ ਨੂੰ ਛੱਡ ਕੇ ਹੋਰ ਕਿਸੇ ਦੀ ਪੂਜਾ ਕਰਨਗੇ ਨਰਕਾਂ ਵਿੱਚ ਜਾਣਗੇ। ਰਸਤੇ 'ਚ ਉਹਨਾਂ ਦੀ ਗੱਡੀ ਕਿਤੇ ਨਹੀਂ ਖਲੋਣੀ, ਬਸ ਉੱਥੇ ਜਾਣੀ ਆਓ। ਹਾਂਜੀ, ਬਾਰ ਬਾਰ ਜਗ ਮੋਹ ਬਪ ਧਰਹੀ। ਮਹਾਰਾਜ ਕਹਿੰਦੇ ਨੇ ਵਾਰ-ਵਾਰ ਉਹਨਾਂ ਨੂੰ ਫਿਰ ਜਗਤ ਵਿੱਚ ਆਉਣਾ ਪਏਗਾ। ਤਬ ਹਰ ਬਹੁਰ ਦਤ ਉਪਜਾਇਓ। ਗੁਰੂ ਗੋਬਿੰਦ ਸਿੰਘ ਦਸ਼ਮੇਸ਼ ਪਿਤਾ ਕਹਿੰਦੇ, ਫਿਰ ਰੱਬ ਜੀ ਕਹਿੰਦੇ ਵੀ ਮੈਂ ਦੱਤਾਤਰੇ ਨੂੰ ਪੈਦਾ ਕੀਤਾ। ਇਧਰ ਧਿਆਨ ਦੇਣਾ ਸਾਧ ਸੰਗਤ, ਮੈਂ ਦੱਤਾਤਰੇ ਨੂੰ ਪੈਦਾ ਕੀਤਾ। ਉਹਨੇ ਫਿਰ ਕੀ ਕੀਤਾ ਜੀ? ਹਾਂਜੀ, ਤਿਨ ਪੀ ਆਪਣਾ ਪੰਥ ਚਲਾਇਓ। ਜਿਹੜਾ ਦੱਤਾਤਰੇ ਹੈ ਉਹਨੂੰ ਫਿਰ ਮੈਂ ਭੇਜਿਆ ਤੇ ਉਹਨੇ ਵੀ ਆਪਣਾ ਹੀ ਇੱਕ ਪੰਥ ਚਲਾ ਲਿਆ। ਹਾਂਜੀ, ਕਰਮੋ ਨਖ ਸਿਰ ਜਟਾ ਸਵਾਰੀ। ਦੱਤਾਤਰੇ ਨੇ ਆਪਣੇ ਚੇਲਿਆਂ ਨੂੰ ਕੀ ਆਖਿਆ ਵੀ ਨਹੁੰ ਵਧਾ ਲਓ, ਸਿਰ ਤੇ ਜੜਾਵਾਂ ਰੱਖ ਲਓ। ਮੈਨੂੰ ਮੁਆਫ ਕਰਨਾ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਹੜੀ ਚੀਜ਼ ਛੱਡਣੀ ਹੈ ਉਹ ਚੀਜ਼ ਛੱਡਦਾ ਨਹੀਂ, ਜਿਹੜੀ ਰੱਖਣੀ ਹੈ ਉਹ ਛੱਡ ਦਿੰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਇੱਕ ਚੀਜ਼ ਭੁੱਲ ਕੇ ਵੀ ਨਹੀਂ ਕਟਾਉਣੀ ਤੇ ਇੱਕ ਚੀਜ਼ ਕਟਾਉਣੀ। ਸਿੱਖਾਂ ਨੇ ਆਖਿਆ ਮਹਾਰਾਜ ਉਹ ਕਿਹੜੀ ਚੀਜ਼ ਹੈ ਜਿਹੜੀ ਨਹੀਂ ਕਟਾਉਣੀ, ਤੇ ਉਹ ਕਿਹੜੀ ਚੀਜ਼ ਹੈ ਜਿਹੜੀ ਕਟਾਉਣੀ ਹੈ? ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਰਹਿਤਨਾਮੇ ਪੜ੍ਹ ਕੇ ਦੇਖੋ। ਮਹਾਰਾਜ ਕਹਿੰਦੇ ਨੇ ਸਿੱਖ ਮਰ ਜਾਏ ਪਰ ਕੇਸ ਨਾ ਕਟਾਏ, ਪਰ ਨਹੁੰ ਜ਼ਰੂਰ ਕਟਾਏ। ਆ ਮੈਨੂੰ ਮਾਫ ਕਰਨਾ, ਕਈ ਸਾਡੀਆਂ ਭੈਣਾਂ ਨੇ, ਬਹੁਤੀਆਂ ਨਹੀਂ ਥੋੜੀ, ਕੇਸ ਕੱਟ ਲੈਂਦੀਆਂ ਨੇ ਤੇ ਨਹੁੰ ਵਧਾ ਲੈਂਦੀਆਂ। ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਵੀ ਨਹੁੰ ਵਧਾਓ। ਮੈਂ ਤੇ ਕਹਿਣਾ ਹੁੰਨਾ ਵੀ ਇਹ ਸਾਡੀਆਂ ਬੀਬੀਆਂ ਇਸ ਕਰਕੇ ਨਹੁੰ ਵਧਾਉਂਦੀਆਂ ਨੇ ਵੀ ਇਹ ਦੱਤਾਤਰੇ ਦਾ ਇਹ ਪੰਥ ਚੱਲਿਆ ਹੀ ਰਹੇ। ਜਿਹੜੀ ਚੀਜ਼ ਕਟਾਉਣੀ ਹੈ ਉਹ ਰੱਖ ਲੈਂਦੇ ਨੇ, ਜਿਹੜੀ ਚੀਜ਼ ਰੱਖਣੀ ਹੈ ਉਹ ਕਟਾ ਲੈਂਦੇ ਨੇ। ਦੱਤਾਤਰੇ ਜਿਹੜਾ ਹੈ ਇਹ ਜਟਾਧਾਰੀਆਂ ਦਾ ਗੁਰੂ ਸੀ। ਇਹਨੇ ਆਖਿਆ ਵੀ ਸਿਰ ਤੇ ਜੜਾਵਾਂ ਰੱਖੋ ਤੇ ਆਪਣੇ ਨਹੁੰ ਵਧਾ ਲਓ।
ਪ੍ਰਭ ਕੀ ਕਿਰਿਆ ਕਛੂ ਨਾ ਵਿਚਾਰੀ। ਜਿਹੜੀ ਪਰਮੇਸ਼ਰ ਦੀ ਅਸਲ ਗੱਲ ਸੀ ਇਹਨੇ ਵੀ ਵਿਚਾਰ ਨਹੀਂ ਕੀਤੀ। ਦੱਤਾ ਤੇ ਇਹਨੂੰ ਭੇਜਿਆ ਸੀ, ਉਹਨੇ ਵੀ ਅਸਲ ਗੱਲ ਦੀ ਵਿਚਾਰ ਨਹੀਂ ਕੀਤੀ। ਹਾਂਜੀ, ਉਨ ਹਰ ਗੋਰਖ ਕੋ ਉਪਰਾਜਾ। ਪਰਮੇਸ਼ਰ ਕਹਿੰਦੇ ਫਿਰ ਮੈਂ ਗੋਰਖ ਨੂੰ ਇੱਥੇ ਭੇਜਿਆ। ਸਿੱਖ ਕਰੇ ਤਿਨਹੂ ਬੜ ਰਾਜਾ। ਉਹਨੇ ਵੱਡੇ ਵੱਡੇ ਰਾਜਿਆਂ ਨੂੰ ਆਪਣੇ ਚੇਲੇ ਬਣਾ ਲਿਆ। ਸ਼ਰਵਣ ਫਾਰ ਮੁੰਦਰਾ ਦੈੜਾਰੀ। ਗੋਰਖ ਨੇ ਕੀ ਆਖਿਆ ਕਿ ਕੰਨ ਪਾੜ ਕੇ ਤੇ ਮੁੰਦਰਾਂ ਪਾ ਲਾਓ। ਖਿਮਾ ਕਰਨੀ, ਭਾਵੇਂ ਹੋਵੇ ਮੁੰਡਾ, ਭਾਵੇਂ ਹੋਵੇ ਕੋਈ ਬੱਚੀ, ਭਾਵੇਂ ਹੋਵੇ ਕੋਈ ਬੰਦਾ, ਭਾਵੇਂ ਹੋਵੇ ਬੀਬੀ, ਜਿਹੜਾ ਕੰਨ ਪਾੜ ਕੇ ਮੁੰਦਰਾ ਪਾਉਂਦਾ ਨਾ, ਸਮਝ ਲਓ ਵੀ ਉਹਨੇ ਗੋਰਖ ਦਾ ਕਿਹਾ ਮੰਨਿਆ। ਕਿਤੇ ਦਸ਼ਮੇਸ਼ ਪਿਤਾ ਨੇ ਆਖਿਆ ਵੀ ਤੁਸੀਂ ਕੰਨ ਪਾੜ ਕੇ ਮੁੰਦਰਾ ਪਾਓ। ਸਿੱਖ ਰਹਿਤ ਮਰਿਆਦਾ ਪੜ ਕੇ ਦੇਖੋ, ਲਿਖਿਆ ਹੋਇਆ ਅੰਗ ਨਹੀਂ ਛੇਦਨੇ। ਭਾਵ ਕੇ ਕੰਨਾਂ 'ਚ ਜਿਹੜੀਆਂ ਮੁੰਦਰਾ ਪਾਉਣੀਆਂ, ਭਾਵ ਕੇ ਭਾਵੇਂ ਤੁਸੀਂ ਵਾਲੀਆਂ ਕਹਿ ਲਓ, ਜੋ ਮਰਜ਼ੀ ਕਹਿ ਲਓ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਰੱਬ ਜੀ ਕਹਿੰਦੇ ਮੈਂ ਗੋਰਖ ਨੂੰ ਭੇਜਿਆ, ਉਹਨੇ ਵੀ ਆਪਣੇ ਚੇਲਿਆਂ ਨੂੰ ਮੁੰਦਰਾ ਪਵਾ ਲਈਆਂ। ਹਰ ਕੀ ਪ੍ਰੀਤ ਰੀਤ ਨਾ ਵਿਚਾਰੀ। ਜਿਹੜੀ ਪ੍ਰਭੂ ਦੀ ਪ੍ਰੀਤ ਸੀ, ਵਿਚਾਰ ਇਹਨੇ ਵੀ ਨਹੀਂ ਕੀਤੀ। ਉਨ ਹਰ ਰਾਮ ਆਨੰਦ ਕੋ ਕਰਾ। ਪਰਮੇਸ਼ਰ ਜੀ ਕਹਿੰਦੇ ਫਿਰ ਮੈਂ ਰਾਮਾਨੰਦ ਨੂੰ ਦੁਨੀਆ ਤੇ ਭੇਜਿਆ। ਭੇਸ ਬੈਰਾਗੀ ਕੋ ਜਿਨ ਧਰਾ। ਉਹਨੇ ਇੱਕ ਵਿਰਾਗੀਆਂ ਦਾ ਭੇਖ ਸ਼ੁਰੂ ਕੀਤਾ। ਕੰਠੀ ਕੰਠ ਕਾਠ ਕੀ ਡਾਰੀ। ਰਾਮਾਨੰਦ ਨੇ ਵੀ ਘੱਟ ਨਹੀਂ ਕੀਤੀ। ਉਹਨੇ ਲੱਕੜ ਦੀ ਮਾਲਾ ਗਲ ਵਿੱਚ ਆਪ ਵੀ ਪਾ ਲਈ ਤੇ ਆਪਣੇ ਚੇਲਿਆਂ ਨੂੰ ਵੀ ਪਵਾ ਦਿੱਤੀ। ਪ੍ਰਭ ਕੀ ਕਿਰਿਆ ਨ ਕਛੂ ਵਿਚਾਰੀ। ਪ੍ਰਭੂ ਦੀ ਜਿਹੜੀ ਅਸਲ ਗੱਲ ਸੀ, ਵਿਚਾਰ ਇਹਨੇ ਵੀ ਕੋਈ ਨਹੀਂ ਕੀਤੀ। ਜੇ ਪ੍ਰਭ ਪਰਮ ਪੁਰਖ ਉਪਜਾਏ। ਜਿੰਨੂੰ ਜਿੰਨੂੰ ਵੀ ਪ੍ਰਭੂ ਜੀ ਨੇ ਇੱਥੇ ਭੇਜਿਆ, ਜਿੰਨੂੰ ਜਿੰਨੂੰ ਮੇਰੇ ਪਰਮੇਸ਼ਰ ਨੇ ਇੱਥੇ ਭੇਜਿਆ, ਤਿੰਨ ਤਿੰਨ ਆਪਣੇ ਰਾਹ ਚਲਾਏ। ਜਿੰਨੂੰ ਵੀ ਰੱਬ ਜੀ ਭੇਜਦੇ ਰਹੇ, ਆਪਣਾ ਹੀ ਬਸ ਰਸਤਾ ਤੋਰ ਲੈਂਦੇ ਰਹੇ, ਆਪਣਾ ਹੀ ਪੰਥ ਚਲਾ ਲੈਂਦੇ ਰਹੇ। ਮਹਾਦੀਨ ਤਬ ਪਵ ਉਪਰਾਜਾ। ਪਰਮੇਸ਼ਰ ਜੀ ਕਹਿੰਦੇ ਫਿਰ ਮੈਂ ਮੁਹੰਮਦ ਨੂੰ ਇਸ ਦੁਨੀਆ ਤੇ ਭੇਜਿਆ। ਅਰਬ ਦੇਸ਼ ਕੋ ਕੀਨੋ ਰਾਜਾ। ਜਿਨ੍ਹਾਂ ਨੂੰ ਅਰਬ ਦੇਸ਼ ਦਾ ਰਾਜਾ ਵੀ ਕਹਿੰਦੇ ਨੇ, ਭਾਵ ਕਿ ਅਰਬ ਵਿੱਚ ਉਹ ਪੈਦਾ ਹੋਏ ਸਨ। ਤਿੰਨ ਪੀ ਏਕ ਪੰਥ ਉਪਰਾਜਾ। ਮੁਹੰਮਦ ਸਾਹਿਬ ਨੇ ਵੀ ਘੱਟ ਨਹੀਂ ਕੀਤੀ, ਉਹਨਾਂ ਵੀ ਇੱਕ ਆਪਣਾ ਨਵਾਂ ਪੰਥ ਚਲਾ ਲਿਆ। ਲਿੰਗ ਬਿਨਾ ਕੀਨੇ ਸਭ ਰਾਜਾ। ਵੇਖੋ, ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਸਰੀਰ ਰੱਬ ਜੀ ਨੇ ਬਣਾਇਆ। ਕਿਸੇ ਨੂੰ ਹੱਕ ਹੈਗਾ ਭਈ ਇਹਦੇ ਚ ਭੰਨ ਤੋੜ ਕਰੇ? ਮੁਹੰਮਦ ਸਾਹਿਬ ਨੇ ਵੀ ਹੁਕਮ ਕੀਤਾ ਵੀ ਮੇਰਾ ਜਿਹੜਾ ਮੁਸਲਮਾਨ ਹੈ ਉਹ ਸੁਨਤ ਕਰੇ। ਉਹਨੇ ਵੀ ਸੁਨਤ ਕਰਨ ਦਾ ਮਾਰਗ ਚਲਾ ਦਿੱਤਾ। ਸਭ ਤੇ ਆਪਣਾ ਨਾਮ ਜਪਾਇਓ। ਮੁਹੰਮਦ ਸਾਹਿਬ ਨੇ ਵੀ ਆਪਣਾ ਨਾਮ ਜਪਾਉਣਾ ਸ਼ੁਰੂ ਕਰ ਦਿੱਤਾ। ਇਸਲਾਮ ਦਾ ਕਲਮਾ ਪੜੋ, ਉਹਦੇ ਚ ਲਿਖਿਆ ਹੋਇਆ ਮੁਹੰਮਦ ਰਸੂਲ ਅੱਲਾ। ਅੱਲਾ ਉਹਨਾਂ ਨੂੰ ਮਿਲੇਗਾ ਜਿਹੜਾ ਮੈਨੂੰ ਮੁਹੰਮਦ ਨੂੰ ਰਸੂਲ ਮੰਨੇਗਾ। ਗੁਰੂ ਨਾਨਕ ਦੇਵ ਜੀ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਰੱਬ ਗੁਰੂ ਦੀ ਕਿਰਪਾ ਨਾਲ ਮਿਲੇਗਾ। ਗੁਰੂ ਨਾਨਕ ਦੇਵ ਹਜ਼ੂਰ ਨੇ ਇਹ ਨਹੀਂ ਕਿਹਾ ਨਾਨਕ ਪ੍ਰਸਾਦ, ਉੱਥੇ ਗੁਰਪ੍ਰਸਾਦ ਵਰਤਿਆ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੁਹੰਮਦ ਸਾਹਿਬ ਵੀ ਆਪਣਾ ਹੀ ਨਾਮ ਜਪਾਉਣ ਲੱਗ ਪਏ, ਪੜੋ ਕਲਮਾ ਮੁਹੰਮਦ ਰਸੂਲ ਅੱਲਾ। ਕਿਤੇ ਗੁਰੂ ਨਾਨਕ ਸਾਹਿਬ ਨੇ ਵੀ ਆਖਿਆ ਵੀ ਨਾਨਕ ਪ੍ਰਸਾਦ, ਉਹਨਾਂ ਗੁਰ ਪ੍ਰਸਾਦ ਆਖਿਆ ਹੈ। ਸਤਨਾਮ ਕਾਹੂ ਨਾ ਦ੍ਰਿੜਾਇਓ। ਜਿਹੜਾ ਪਰਮੇਸ਼ਰ ਦਾ ਸਤਨਾਮ ਸੀ ਉਹ ਨਹੀਂ ਦ੍ਰਿੜਾਇਆ ਕਿਸੇ ਨੇ ਅਜੇ ਤੱਕ। ਸਭ ਆਪਣੀ ਆਪਣੀ ਉਰਜਾਨਾ। ਬਸ ਆਪੋ ਆਪਣੀ ਮਰਿਆਦਾ ਵਿੱਚ ਹੀ ਸਾਰੇ ਉਲਝਦੇ ਰਹੇ। ਪਾਰ ਬ੍ਰਹਮ ਕਾਹੂ ਨਾ ਪਛਾਨਾ। ਪਰਮੇਸ਼ਰ ਦੀ ਪਛਾਣ ਨਾ ਕੀਤੀ। ਤਪ ਸਾਧਤ ਹਰ ਮੋਹਿ ਬੁਲਾਇਓ। ਸਾਧ ਸੰਗਤ, ਜਿਹੜਾ ਸਾਡਾ ਭਾਰਤ ਦੇਸ਼ ਆ ਨਾ, ਅਸੀਂ ਯਾਦ ਕਰਵਾਇਆ ਭਾਰਤ ਨੂੰ, ਕੁਰਬਾਨੀਆਂ ਫਾਂਸੀਆਂ ਚੜ੍ਹ ਕੇ ਅਸੀਂ ਮਾੜਾ ਕੋ ਆਖੀਏ। ਪਰ ਜਦੋਂ ਸਾਰੀਆਂ ਫੌਜਾਂ ਫੇਰ ਹੋ ਜਾਂਦੀਆਂ ਨੇ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਸ਼ਮੇਸ਼ ਪਿਤਾ ਦੇ ਸਰਦਾਰਾਂ ਨੂੰ ਭੇਜਦੇ ਨੇ। ਆ ਵੇਖਿਆ ਨਾ ਚਾਈਨਾ ਦੇ ਜਿਹੜੀ ਝੜਪ ਹੋਈ ਆ,
ਉਹਨਾਂ ਦੀ ਗਿਣਤੀ ਇਹ ਪਾਰਲੀਮੈਂਟ 'ਚ ਸਾਡੇ ਰੱਖਿਆ ਮੰਤਰੀ ਨੇ ਬਿਆਨ ਦਿੱਤਾ, ਉਹਨਾਂ ਦੀ ਗਿਣਤੀ 600 ਤੇ ਸਾਡੇ ਯੋਧਿਆਂ ਦੀ ਗਿਣਤੀ 60 ਕੁ ਗਿਣਤੀ ਸੀ, ਪਰ ਜਿਨ੍ਹਾਂ ਨੇ ਮੂੰਹ ਮੋੜੇ ਮਸਾਂ 8 ਕੇ 10 ਹੀ ਸਰਦਾਰ ਮੁੰਡੇ। ਜਿੱਥੇ ਫੌਜਾਂ ਫੇਰ ਹੋ ਜਾਂਦੀਆਂ ਨੇ ਉੱਥੇ ਫਿਰ ਸਰਦਾਰਾਂ ਨੂੰ ਭੇਜਿਆ ਜਾਂਦਾ, ਇਹ ਫਖਰ ਵਾਲੀ ਗੱਲ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਮੇਰੇ ਤੋਂ ਪਹਿਲਾਂ ਸਾਰਿਆਂ ਨੂੰ ਭੇਜਿਆ, ਫਿਰ ਮੈਨੂੰ ਰੱਬ ਜੀ ਨੇ ਤਪ ਕਰਦੇ ਹੋਏ ਨੂੰ ਬੁਲਾਇਆ। ਇਮ ਕਹਿ ਕੇ ਇਹ ਲੋਕ ਪਠਾਇਓ, ਮੈਨੂੰ ਇਹ ਕਹਿ ਕੇ ਫਿਰ ਦੁਨੀਆ ਤੇ ਭੇਜਿਆ। ਅਕਾਲ ਪੁਰਖ ਵਾ ਚੌਪਈ ਮੈਂ ਆਪਣਾ ਸੁਤ ਤੋਹੇ ਨਿਵਾਜਾ। ਦਸ਼ਮੇਸ਼ ਪਿਤਾ ਆਂਦੇ ਮੈਨੂੰ ਪਰਮੇਸ਼ਰ ਜੀ ਆਖਣ ਲੱਗੇ ਜਿਹਨੂੰ ਵੀ ਮੈਂ ਭੇਜਿਆ ਉਹਨੇ ਰੱਬ ਹੀ ਖਵਾਇਆ, ਆਪਣੇ ਆਪ ਆਪਣਾ ਹੀ ਨਾਮ ਜਪਾਇਆ ਉਹਨਾਂ ਨੇ। ਦਸ਼ਮੇਸ਼ ਪਿਤਾ ਆਂਦੇ ਮੈਨੂੰ ਪਰਮੇਸ਼ਰ ਜੀ ਕਹਿਣ ਲੱਗੇ ਮੈਂ ਤੈਨੂੰ ਆਪਣਾ ਪੁੱਤਰ ਬਣਾ ਕੇ ਨਵਾਜ ਕੇ ਤੈਨੂੰ ਮੈਂ ਭੇਜ ਰਿਹਾ ਹਾਂ। ਪੰਥ ਪਰਚੁਰ ਕਰਬੇ ਕਹ ਸਾਜਾ, ਪੰਥ ਦਾ ਪ੍ਰਚਾਰ ਕਰੋ, ਗੁਰੂ ਨਾਨਕ ਦੇ ਨਿਰਮਲ ਪੰਥ ਨੂੰ ਅੱਗੇ ਲੈ ਕੇ ਜਾਓ। ਜਹਾਂ ਤਹਾਂ ਤੈ ਧਰਮ ਚਲਾਏ, ਜਾ ਕੇ ਧਰਮ ਚਲਾਓ, ਧਰਮ ਦੀ ਮਰਿਆਦਾ ਨੂੰ ਅੱਗੇ ਤੋਰੋ। ਕਬੁੱਧ ਕਰਨ ਤੇ ਲੋਕ ਹਟਾਏ, ਜਿਹੜੇ ਲੋਕ ਭੈੜੀ ਮੱਤ ਵਾਲੇ ਰੱਬ ਨੂੰ ਛੱਡ ਕੇ ਹੋਰ ਹੀ ਫੋਕਟ ਕਰਮ ਕਾਂਡ ਕਰੀ ਜਾਂਦੇ ਨੇ ਉਹਨਾਂ ਨੂੰ ਹਟਾਓ। ਮਹਾਰਾਜ ਕਹਿੰਦੇ ਮੈਨੂੰ ਫਿਰ ਹੁਕਮ ਕੀਤਾ ਪਰਮੇਸ਼ਰ ਨੇ। ਕਬ ਬਾਚ ਦੋਹਰਾ ਠਾੜ ਪਿਓ ਮੈਂ ਜੋਰ ਕਰ, ਬਚਨ ਕਹਾਂ ਸਿਰ ਨਿਆਏ। ਬੜੇ ਧਿਆਨ ਨਾਲ ਸੁਣਨਾ। ਦਸ਼ਮੇਸ਼ ਪਿਤਾ ਜੀ ਕਹਿੰਦੇ ਰੱਬ ਜੀ ਨੇ ਆਖਿਆ ਮੈਂ ਤੈਨੂੰ ਪੁੱਤਰ ਬਣਾ ਕੇ ਭੇਜ ਰਿਹਾ, ਜਾ ਕੇ ਪੰਥ ਦੀ ਸਾਜਨਾ ਕਰ। ਕਹਿੰਦੇ ਮੈਂ ਦੋਵੇਂ ਹੱਥ ਜੋੜ ਕੇ ਖੜਾ ਹੋ ਗਿਆ। ਠਾਂਡ ਭਇਓ ਮੈਂ ਜੋਰ ਕਰ, ਬਚਨ ਕਹਾਂ ਸਿਰ ਨਿਆਏ, ਮੈਂ ਸਿਰ ਨਵਾ ਕੇ ਬਚਨ ਕੀਤਾ। ਪੰਥ ਚਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਦਸ਼ਮੇਸ਼ ਪਿਤਾ ਆਂਦੇ ਮੈਂ ਦੋਵੇਂ ਹੱਥ ਜੋੜ ਕੇ ਰੱਬ ਜੀ ਨੂੰ ਆਖਿਆ ਹੈ ਮੇਰੇ ਪਰਮੇਸ਼ਰ, ਜਿਹੋ ਜਿਹਾ ਤੁਸੀਂ ਪੰਥ ਕਹਿੰਦੇ ਹੋ ਜਾ ਕੇ ਸਾਜ, ਉਹ ਪੰਥ ਤਾਂ ਹੀ ਚੱਲੇਗਾ ਜੇ ਤੁਸੀਂ ਮੇਰੀ ਸਹਾਇਤਾ ਕਰੋਗੇ। ਤੇ ਫਿਰ ਪੰਥ ਚਲੇ ਤਬ ਜਗਤ ਮੈਂ, ਜਬ ਤੋ ਕਰੋ ਸਹਾਏ। ਜੇ ਤੇ ਤੁਸੀਂ ਅਸਾਧ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਇੱਕ ਤੁਹਾਨੂੰ ਖੇਚਲ ਦੇਣ ਲੱਗਾ, ਖੇਚਲ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਖੜਾ ਹੋ ਕੇ ਦੋਵੇਂ ਹੱਥ ਜੋੜ ਕੇ ਆਖਿਆ ਜੀ ਪੰਥ ਚਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਏ। ਜੇ ਤੇ ਮੇਰੀ ਸਹਾਇਤਾ ਕਰੋਗੇ ਇਹ ਪੰਥ ਦੁਨੀਆ ਤੇ ਝੰਡੇ ਝੁਲ ਜਾਣਗੇ ਇਸ ਪੰਥ ਦੇ। ਉਸ ਵੇਲੇ ਹਜੂਰ ਦੇ ਸਾਹਮਣੇ ਭੰਗਾਣੀ ਦਾ ਯੁੱਧ, ਸਰਸਾ ਨਦੀ ਦਾ ਯੁੱਧ, 700 ਸਿੰਘ ਸ਼ਹੀਦ ਹੋਇਆ। ਚਮਕੌਰ ਦੀ ਗੜੀ ਦਾ ਯੁੱਧ, ਮਾਛੀਵਾੜੇ ਵਿੱਚ ਵਾਣ ਫਕੀਰਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗਏ। ਹਜ਼ੂਰ ਕਹਿੰਦੇ ਨੇ ਜਿਸ ਮਾਰਗ ਤੇ ਮੈਨੂੰ ਤੁਸੀਂ ਭੇਜਣ ਲੱਗੇ ਹੋ ਉਹ ਪੰਥ ਤਾਂ ਹੀ ਚੱਲੇਗਾ ਜੇ ਤੁਸੀਂ ਮੇਰੀ ਸਹਾਇਤਾ ਕਰੋਗੇ। ਤੇ ਜੇ ਤੁਸੀਂ ਮੇਰੀ ਸਹਾਇਤਾ ਕਰੋਗੇ, ਮੇਰੇ ਨਾਲ ਰਹੋਗੇ। ਆ ਸਾਡੇ ਪੁਰਾਣੇ ਸਿੰਘ ਪੜ੍ਹਦੇ ਹੁੰਦੇ ਸੀ, ਤੁਸੀਂ ਵੀ ਸਾਰੇ ਕਿਰਪਾ ਕਰਿਓ ਪਿੱਛੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਮੇਰੀ ਸਹਾਇਤਾ ਕਰਿਓ, ਮੇਰੇ ਨਾਲ ਰਿਓ, ਫਿਰ ਜਿਹੜਾ ਪੰਥ ਸਾਜਾਂਗੇ ਨਾ। ਪੈਣਗੀਆਂ ਪੰਥ ਤੇਰੇ ਦੀਆਂ ਗੂੰਜਾਂ, ਦਿਨੋਂ ਦਿਨ ਪੈਣਗੀਆਂ। ਪੈਣਗੀਆਂ ਪੰਥ ਤੇਰੇ ਦੀਆਂ ਗੂੰਜਾਂ, ਦਿਨੋਂ ਦਿਨ ਪੈਣਗੀਆਂ। ਪੈਣਗੀਆਂ ਕਿਹੜਾ ਦੇਸ਼ ਹੈ, ਕਿਹੜਾ ਦੇਸ਼ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਦੇ ਪੰਥ ਦੀਆਂ ਗੂੰਜਾਂ ਨਹੀਂ ਪੈਂਦੀਆਂ? ਕੋਈ ਖੇਤਰ ਦੱਸੋ, ਹਰ ਕੰਮ 'ਚ ਮਹਾਰਾਜ ਦਾ ਪੰਥ ਗੂੰਜਾ ਪਾ ਰਿਹਾ। ਬਸ ਇਹੀ ਗੱਲ ਕੁਝ ਲੋਕਾਂ ਨੂੰ ਚੰਗੀ ਨਹੀਂ ਲੱਗਦੀ, ਸਾਡੇ ਲਹੂ ਦੇ ਪਿਆਸੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਚਮਕੌਰ ਸਾਹਿਬ ਦੀ ਗੜੀ 'ਚ ਸੋਦਰ ਦਾ ਪਾਠ ਕਰਨ ਤੋਂ ਬਾਅਦ, ਜੰਗ ਤੋਂ ਇੱਕ ਰਾਤ ਪਹਿਲਾਂ, ਅੱਲਾ ਜਾਰ ਖਾਂ ਜੋਗੀ ਕਹਿੰਦਾ ਉਸ ਕਾਮਲ ਫਕੀਰ ਨੇ ਸੋਦਰ ਦਾ ਪਾਠ ਆਪ ਕੀਤਾ, ਅਰਦਾਸ ਆਪ ਕੀਤੀ। ਨੰਗੀ ਸ਼ਮਸ਼ੀਰ ਖਿੱਚ ਕੇ ਉਸ
मर्द अगंबड़े ने इको ललकार मार के 40 भुखिया पाणियां नूं 10 लाख ना मर मिटण लई तैयार कर लिया। उस कामल फकीर ने आख्या, ए मेरे बहादरो, बाहर 10 लाख फौज है, साडी गिनती 40 है। मेरे बहादरो 10 लाख फौज अज पंथ नूं खत्म कर देना चाहुंदी आ, पर अकाल पुरख दी किरपा नाल मैं पंथ नूं सदा वास्ते जीवित कर दिआंगा। गुरु गोबिंद सिंह महाराज कहंदे ने, मेरे बहादरो, आनंदपुर दी पहाड़ी ते मैं दुनिया दे लोकां नाल वादा कीता सी, जे मैं 1.25 लाख ना एक नूं ना लड़ाया तो मैनूं गोबिंद सिंह ना क्यों। ऐ मेरे बहादरो, ऐ मेरे बहादरो, चमकौर साहब की गढ़ी च, ऐ मेरे बहादरो, आनंदपुर की पहाड़ी ते मैं लोगों ने वादा किया सी, 1.25 लाख से एक लड़ाऊं तब गोबिंद सिंह ना मुकाऊं। वो मौका आ गया है। अज खालसा पंथ का इम्तिहान है। दुनिया नूं दस देंगे पई मेरा नाम गोबिंद सिंह दे। जदों जंग शुरू होने तो पहला आसा दी वार तो बाद महाराज विਉਂਤਬੰਦੀ कर रहे सन। गुरु गोबिंद सिंह महाराज कहते ने, मेरे बहादरो 10 लाख फौज इस युद्ध नूं बहुत छेती खत्म कर देना चाहती है, पर मैं इस युद्ध नूं सूरज छुपे तक लैके जावांगा। बस अजे हो ही रही सी ਵਿਉਂਤਬੰਦੀ। वो सिंह आया जिहड़ा दरवाजे ते आन के फतेह बुला के महाराज कहते, हाँ मेरे बहादरा। अल्लाह जारखा जोगी कहते, सिंह कहता, महाराज 10 लाख फौज ने हल्ला गुला मचा दिता, शोर शराबा मचा दिता। 10 लाख फौज का शोर शराबा कितना होएगा? महाराज ये तुहाडा हुक्म होए तो मैं कला जावां गढ़ी तो बाहर आवां इन्हां नूं भजा के। गुरु गोबिंद सिंह महाराज कहते ने, शाबाश मेरे बहादरा, मैं 1.25 लाख ना लड़ाउण दी गल कीती सी एक नूं, ये ते मेरा कला बहादर ही 10 लाख ते हल्ला करना चाहुंदा। जिस पंथ विच एडी जुरत ते दलेरी होवे, उस पंथ नूं दुनिया दी कोई ताकत खत्म नहीं कर सकती। गुरु गोबिंद सिंह महाराज सच्चे पातशाह कहंदे ने, हे मेरे प्रभु, तुसी मेरी सहायता करियो, ये पंथ फिर दुनिया में मशहूर होएगा, ये गूंजा पैंदियां रहणगियां। चौपई एक कारण प्रभु मोहे पठायो, तब मैं जगत जन्म तर आयो। ये काम करने वास्ते मैनू प्रभु ने दुनिया में भेजिया, इस करके मैं जगत में आया हाँ। जिम तिन कही, जिम कारण प्रभु मोहे पठायो। जिम तिन कही इन्हें तिम कहूं। महाराज कहते, जो कुछ प्रभु ने कहा है मैं उही कुछ तुहानू कह के सुना रहा हाँ। जिम तिन कही इन्हें तिम कहो, और किसी ते बैर न गहो। मेरा किसी नाल बैर नहीं है। हाँ जी, गुरु गोबिंद सिंह महाराज सच्चे पातशाह गरीब नवाज कहते, मेरा किसी नाल बैर नहीं है। साध संगत अज वड्डे वड्डे देश कहते ने विश्व शांति होनी चाहिए है। विश्व शांति का नारा गुरु गोबिंद सिंह महाराज ने दिता से, हिंदू तुर्क को राफ जी इमाम साफी मानस की जात सब है, एक है पहचान। महाराज कहते ने, सारे रब के पुत्र हैं, मनुख नूं बराबर का हक दिओ, आपो अपने हक्कां ते रहो, किसी दे हक ना खोवो, सुख शांति दुनिया च बनी रहेगी। साध संगत जिहड़ा अज वाला दिन है, भावें दशमेश पिता जी का प्रकाश पुरब है, बड़ी बड़ी कौम दी शख्सियत बैठियां ने, जिन्ने भी गुरु के पंथ लई कुछ कीता, पंथ ओदा ऋणी रहा है, पंथ ओदा विजाना नहीं रखता। अज वाला दिन उही दिन है जिदन बाबा जोरावर सिंह जी, धन धन बाबा फतेह सिंह जी ते माता गुजरी जी शहीदी प्राप्त करके टोडरमल ने जमीन मुल लैके
कोई हैगा वजीदा कहंदा जिहड़ा कोई इन्हां दा संस्कार करना चाहे, टोडरमल कहंदा जी मैं करना चाहता। ये बागी दे पुत्र हन, धरती नहीं मिल सकती इन्हां दे संस्कार लई, मुल मिलेगी। टोडरमल ने आखिया जी मैं मुल लै लेना, सोने दियां मोहरां विछाओ। एडा बेईमान जदों सोने दियां मोहरां विछाउण लगे कहंदा खड़े रुख लाओ। टोडरमल दा पंथ नहीं रहेगा। खड़े रुख मोहरां ला के लालां दा सत्कार संस्कार कीता। पहला जोरावार नूं बाहां दे पा के छड्ड के आया, फिर बाबा फतेह सिंह नूं छड्ड के आया। मैं कहना हुन्ना गरीब तो गरीब दा पुत मर जे ओहदे मगर भी 10 बंदे तुर जांदे ने। गरीब तो गरीब दी मां मर जे ओहदे मगर भी 10 बंदे तुर जांदे ने। मर्द अगमड़े दे पुत्रां दे पिछे केवल टोडरमल ते ओहदे घर वाली मां गुजरी दे मगर भी, शहनशाह दी मां दे मगर भी कौन जाण वाला सी। टोडरमल दा पंथ सदा नहीं रहेगा। गुरु गोबिंद सिंह महाराज दे सच्चे पातशाह ने फिर जदों राये कले चौधरी दे कोल आया सी, फिर नूरा माई खबर लैके गुरु गोबिंद सिंह महाराज सच्चे पातशाह ने फिर ओहदे कोलों जदों सुनिया, उतरिया आन के घोड़ी तो, मैं समाप्ति करा, घोड़ी तो उतरिया। राये कला चौधरी बैठा सी, भाई दया सिंह, भाई धर्म से, भाई मान से, राये कले चौधरी खूह ते बैठे सन। भाई दया सिंह वेख नूरा आउंदा लभदा कि नहीं लभदा। जदों तीजी वारी कहा तो कहंदा महाराज नूरा आ गया। घोड़ी रोकी, जिवें नूरा रो रहा सी, ना पुछण दी लोड़ सी ना दस्सण दी लोड़ सी। राय कला चौधरी भी वैरागी हो गया। ਸਿੰਘਾਂ ਦੇ हंझू भी प्यार विच डिग तुरे। फिर दशमेश पिता ने वेख्या भी जिवें नूरा माए रो रहा है, जो कुछ सुन के सरहंद विच आया इहदी छाती पाट गई है, इहदे वस दी गल नहीं मैनूं दस सके। फिर समर्थ गुरु सिर हथ धरियो, नूरिया सिर चुक ते दस मेरे लाला ना की बीती, मेरे जोरावार मेरे फतेह सिंह ना की जी बीती। मैं समाप्ति करा। फिर नूरे ने रो के आख्या रब्बा रब्बा फुट पवे फुटन जोगिया नूं, जिन्ना पल विच बनाई दीवार फुट फुट, फुट फुट कंध उत्ते, फुट फुट विथ छड्ड के उत्ते खड़े कीते तेरे होण हार फुट फुट, फुट फुट लहू वगदा फुट फुट जिस्म विचों। पातशाह पहला हुक्म ये जारी किया भई नीहां विच चिन दिओ। दूजा हुक्म ये किया भी जे कोई गोडा कूणी कोई अंग अड़े उन्होंने छांग दिता जाए। पातशाह तेरे लालां दे गिट्टे छांग दिते, तेरे लालां दे गोडे छांग दिते, तेरे लालां दे मोढे छांग दिते गए। तेरे लालां दा खून धार बन बन के इट्टां विचों दी दीवार चों जा रहा सी। फुट फुट लहू वगदा फुट फुट जिस्म विचों वेखण हार रोंदे नर नार फुट फुट, फुट गई सारी दी सारी दीवार फुट फुट फुट, नहीं फुटे तेरे बरखरदार फुट फुट। दीवार फुट गई पर तेरे लाला ने किते उफ नहीं आखी, किते हंझू नहीं केरिया। गुरु गोबिंद सिंह महाराज ने फिर काही दा बूटा पुट्टिया गया, वगा के मारिया। राय कला चौधरी कहना महाराज की पाना वरताया? हजूर कहते जुल्म दी जड़ पुट्टी गई। साध संगत भारत के लोगों को, हिंदुस्तान के लोगों को याद रखना चाहिए, जे 800 सालों का उन्हां दा बिस्तरा, 800 सालों के जुल्म की जड़ पुट्टी तो महाराज के छोटे लालां की शहादत सी। महाराज ने आख्या जुल्म की जड़ पुट्टी गई। राय कला चौधरी मैं मुसलमानों की गल नहीं की, मैं जुल्म की गल की है। जिस सरकार में इन्ना जुल्म वध जाए, शीरखोर बच्चों से भी इन्ना जुल्म किया जाए, ओदा ज्यादा समा टिके रहना रब्बी हुक्मां दी उलंघना पुल चुक दी खेमा गुरु की संगत बख्शनहार साडे श्रोमणी गुरुद्वारा प्रबंधक कमेटी के साबका प्रधान जी भाई गोबिंद सिंह जी लौंगोवाल, पटना साहब की तख्त श्री हरमंदर जी के प्रधान साहब, जनरल सकत्तर सरदार इंद्रजीत सिंह होरी, लखा सिंह होरी, प्रधान जी, सारा जिन्ना साडा प्रबंधकी बोर्ड बैठा है। दशमेश पिता जी का कोटान कोट शुक्र दीदार करवाए हैं। प्रबंधक कमेटी का सारे वीरां दा बहुत बहुत धन्नवाद।
ਜਸਵੀਰ ਸਿੰਘ ਜੀ ਮੱਤੇਵਾਲ ਬਹੁਤ ਵੱਡੇ ਕਵੀਸ਼ਰ ਹਨ ਮੇਰੇ। ਹੋਰ ਜਿੰਨੀਆਂ ਸ਼ਖਸੀਅਤ ਭਾਈ ਗੁਰ ਇਕਬਾਲ ਸੇ ਹੋਰੀ ਆਏ ਨੇ, ਨਿਹੰਗ ਸਿੰਘ ਬੈਠੇ ਹਨ, ਗੁਰੂ ਪੰਥ ਦੇ ਇਹਨਾਂ ਨੇ ਸ਼ਸਤਰ ਵੀ ਸੰਭਾਲੇ, ਇਹਨਾਂ ਨੇ ਘੋੜੇ ਵੀ ਸੰਭਾਲੇ ਤੇ ਇਹਨਾਂ ਨੇ ਵਿਦਿਆ ਵੀ ਸੰਭਾਲੀ, ਸ਼ਸਤਰ ਵਿਦਿਆ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਆਖਰੀ ਪੰਕਤੀ ਸਰਵਣ ਕਰ ਲਈਏ ਜੀ। ਹਾਂਜੀ। ਚੌਪਈ ਏ ਕਾਰਨ ਪ੍ਰਭ ਮੋਹਿ ਪਠਾਇਓ, ਤਬ ਮੈਂ ਜਗਤ ਜਨਮ ਧਰ ਆਇਓ। ਜਿਮ ਤਿਨ ਕਹੀ ਇਨੈ ਤਿਮ ਕਹਿਓ, ਔਰ ਕਿਸੂ ਤੇ ਬੈਰ ਰੰਗਹਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ